ਜਾਪ ਸਾਹਿਬ ਦੀ ਬਾਣੀ ਦੀ ਆਪਾਂ ਗੱਲ ਕਰਦੇ ਹਾਂ। ਇਹਦੇ ਵਿੱਚ ਸਤਿਗੁਰੂ ਜੀ ਨੇ ਵੱਖਰੀ ਵੱਖਰੀ ਛੰਦਾਬੰਦੀ ਜਿਹੜੀ ਉਹ ਕੀਤੀ ਹੈ। ਜਿੱਥੇ ਛੰਦਬੰਦੀ ਵੱਖਰੀ ਵੱਖਰੀ ਕਰਦੇ ਨੇ ਉੱਥੇ ਖਿਆਲ ਰੱਖੀਏ ਇਹਦੀ ਲੈਅ ਦੇ ਵਿੱਚ ਵੀ ਉਤਰਾਅ ਚੜਾਅ ਉਸੇ ਤਰ੍ਹਾਂ ਹੀ ਆਉਂਦੇ ਜਿਵੇਂ ਛੰਦ ਵਿੱਚ ਤਬਦੀਲੀ ਆਉਂਦੀ ਹੈ। ਵਿਦਵਾਨਾਂ ਦੁਆਰਾ ਮੰਨਣਾ ਇਹ ਹੈ ਕਿ ਜਪ ਸ਼ਬਦ ਦੀ ਬਾਣੀ ਦੇ ਅੰਦਰ ਇਹਦੀ ਚਾਲ ਦੇ ਵਿੱਚ ਆਉਣ ਵਾਲਾ ਉਤਾਰ ਚੜਾਅ, ਜਿਸ ਵਕਤ ਗੁਰੂ ਕੇ ਸਿੱਖ ਜੰਗਾਂ ਯੁੱਧਾਂ ਵਿੱਚ ਜੂਝਦੇ ਨੇ ਉਸ ਵਕਤ ਇਹਨਾਂ ਨੂੰ ਵੀਰਤਾ ਜਿਹੜੀ ਜਾਪ ਸਾਹਿਬ ਦੀ ਬਾਣੀ ਪੜ੍ਹ ਕੇ ਤੇ ਉਹ ਹਮਲਾ ਕਰਨ ਦਾ ਕਹਿ ਲਈਏ ਜਾਂ ਵਾਰ ਕਰਨ ਦਾ ਆਪਣੇ ਵੈਰੀ ਦੇ ਉੱਤੇ ਉਹ ਬਲ ਜਿਹੜਾ ਇਹਨਾਂ ਨੂੰ ਮਿਲਦਾ ਹੈ। ਜਦੋਂ ਜਾਪ ਸਾਹਿਬ ਦੀ ਬਾਣੀ ਪੜ੍ਹਾਂਗੇ ਨਾ, ਇਹਨੂੰ ਪੜ੍ਹਦੇ ਹੋਇਆ ਖਿਆਲ ਰੱਖੀਏ ਜਿਹੜੀ ਵੀਰਤਾ ਹੈ, ਸੂਰਮਤਾਈ ਜਿਹੜੀ ਹੈ, ਕਿਉਂਕਿ ਜਿਵੇਂ ਜਿਵੇਂ ਇਹਦੀ ਲੈਅ ਵਿੱਚ ਚਾਲ ਵਿੱਚ ਤੇਜ਼ੀ ਆਏਗੀ ਜਾਂ ਚਾਲ ਵਿੱਚ ਜਿਵੇਂ ਜਿਵੇਂ ਠਹਿਰਾਵ ਆਏਗਾ, ਉਸੇ ਤਰ੍ਹਾਂ ਸਾਡੀ ਜਿਹੜੀ ਸਰੀਰ ਹੈ, ਸਾਡਾ ਜਿਹੜਾ ਆਕਾਰ ਹੈ ਜਾਂ ਬਾਡੀ ਹੈ, ਇਹਦੀ ਮੂਵਮੈਂਟਸ ਦੇ ਵਿੱਚ ਵੀ ਬਦਲਾਵ ਆਉਂਦਾ। ਤੇ ਮੇਰੇ ਮਾਲਕ ਜੀ ਨੇ ਅੱਜ ਦਾ ਜਿਹੜਾ ਪਾਵਨ ਬਚਨ ਸਾਡੀ ਝੋਲੀ ਵਿੱਚ ਪਾਇਆ, ਭੁਯੰਗ ਪ੍ਰਿਆਤ ਛੰਦ। ਭੁਯੰਗ ਦਾ ਮਤਲਬ ਹੁੰਦਾ ਸਰਪ, ਸੱਪ, ਸੱਪ ਦੀ ਚਾਲ ਵਾਲਾ ਛੰਦ। ਹੁਣ ਜਦੋਂ ਸੱਪ ਦੀ ਚਾਲ ਵਾਲੇ ਛੰਦ ਦੀ ਗੱਲ ਕਰਾਂਗੇ ਤੇ ਇਹਦੀ ਚਾਲ ਠੀਕ ਉਸੇ ਤਰ੍ਹਾਂ ਹੋਏਗੀ ਜਿਵੇਂ ਸੱਪ ਚੱਲਦਾ ਹੈ। ਜਦੋਂ ਇਸ ਛੰਦ ਨੂੰ ਪੜ੍ਹਿਆ ਜਾਏਗਾ, ਇਸ ਛੰਦ ਨੂੰ ਉਚਾਰਨ ਕੀਤਾ ਜਾਏਗਾ ਜਾਂ ਇਹਦੀ ਲੈਅ ਬਣਾਈ ਜਾਏਗੀ, ਉਹ ਉਸੇ ਤਰ੍ਹਾਂ ਬਣੇਗੀ ਜਿਵੇਂ ਸੱਪ ਵਲ ਖਾ ਕੇ ਤੁਰਦਾ ਹੈ, ਉਸੇ ਤਰ੍ਹਾਂ ਇਸ ਛੰਦ ਨੇ ਵੀ ਵਲ ਖਾ ਖਾ ਕੇ ਚੱਲਣਾ। ਤੇ ਮੇਰੇ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ। ਨਮਸਤਵੰ ਦਾ ਅਰਥ ਜਦੋਂ ਅੱਖਰੀ ਕੀਤਾ ਜਾਂਦਾ ਹੈ ਤੇ ਉਹਦਾ ਮਤਲਬ ਹੈ ਨਮਸਕਾਰ। ਅਕਾਲੇ, ਇੱਕ ਖਿਆਲ ਇਹ ਵੀ ਅਸੀਂ ਰੱਖਦੇ ਚੱਲੀਏ, ਜਾਪ ਸਾਹਿਬ ਦੀ ਬਾਣੀ ਦੇ ਅੰਦਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਾਡੇ ਸਨਮੁਖ ਅਕਾਲ ਪੁਰਖ ਪਰਮੇਸ਼ਵਰ ਦੀ ਵਡਿਆਈ ਜਿਹੜੀ ਉਹਨੂੰ ਰੱਖਿਆ, ਪਰਮੇਸ਼ਵਰ ਦੀ ਸ਼ੋਭਾ ਕੀਤੀ ਔਰ ਪਰਮੇਸ਼ਵਰ ਦੀ ਸ਼ੋਭਾ ਕਰਦਿਆਂ ਹੋਇਆਂ ਉਹਦੇ ਅੱਗੇ ਨਮਸਕਾਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਬਾਰ-ਬਾਰ ਕਰ ਰਹੇ ਨੇ ਕਿ ਉਹ ਪਰਮੇਸ਼ਵਰ ਜਿਹੜਾ ਹੈ ਸਭ ਤੋਂ ਵੱਡਾ ਹੈ, ਉਹਦੇ ਵਰਗਾ ਦੂਜਾ ਹੈ ਕੋਈ ਨਹੀਂ, ਨਾ ਉਹਦਾ ਕੋਈ ਖਾਸ ਰੂਪ ਹੈ, ਨਾ ਕੋਈ ਰੰਗ ਹੈ, ਨਾ ਉਹਦਾ ਕੋਈ ਖਾਸ ਵਰਨ ਹੈ, ਨਾ ਕੋਈ ਚਿੰਨ੍ਹ ਹੈ। ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਰਹਿਤ ਹੈ, ਜਿਹਨੂੰ ਆਪ ਸੰਗਤਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਕੇ ਆਏ ਹੋ ਨਾ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਅਕਾਲ ਪੁਰਖ ਪਰਮੇਸ਼ਵਰ ਦੇ ਕਰਮ ਜਿਹੜੇ ਨਾਮ ਨੇ, ਹੁਣ ਇੱਥੇ ਜਿੰਨੇ ਵੀ ਆਪਾਂ ਜ਼ਿਕਰ ਕਰਾਂਗੇ ਸਾਰੇ ਦੇ ਸਾਰੇ ਕਰਮ ਨਾਮ ਹੀ ਨੇ ਪਰਮੇਸ਼ਵਰ ਦੇ। ਚਾਹੇ ਆਪਾਂ ਜਾਪ ਸਾਹਿਬ ਦੀ ਬਾਣੀ ਜਦੋਂ ਸਾਰੀ ਵਿਚਾਰਾਂਗੇ, ਉਹ ਜਿਤਨੇ ਵੀ ਨਾਮ ਅਕਾਲ ਪੁਰਖ ਪਰਮੇਸ਼ਵਰ ਦੇ ਆਉਣਗੇ, ਕਿਉਂਕਿ ਬਾਣੀ ਵਿੱਚ ਜਿੰਨਾ ਵੀ ਜ਼ਿਕਰ ਹੈ ਉਹ ਸਾਰਾ ਪਰਮੇਸ਼ਵਰ ਦਾ ਹੈ। ਬਾਣੀ ਦੇ ਅੰਦਰ ਜਿਤਨਾ ਵੀ ਜ਼ਿਕਰ ਹੈ ਉਹ ਸਾਰਾ ਅਕਾਲ ਪੁਰਖ ਪਰਮੇਸ਼ਵਰ ਪ੍ਰਭੂ ਦਾ ਹੈ, ਤੇ ਉਹ ਜਿਤਨਾ ਵੀ ਜ਼ਿਕਰ ਹੈ ਸਾਰੇ ਦੇ ਸਾਰੇ ਅਕਾਲ ਪੁਰਖ ਪਰਮੇਸ਼ਵਰ ਦੇ ਕਰਮ ਨਾਮ ਨੇ। ਮਾਨੋ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪ੍ਰਭੂ ਦੇ ਇੱਕ ਇੱਕ ਕਰਮ ਨੂੰ ਵੇਖਦਿਆਂ ਹੋਇਆ, ਇੱਕ ਇੱਕ ਉਹਦੇ ਕਰਮ ਨੂੰ ਨਿਹਾਰਦਿਆਂ ਹੋਇਆ ਤੇ ਸਾਡੇ ਸਨਮੁਖ ਉਹਦੇ ਕਰਮ ਨਾਮ ਜਿਹੜੇ ਉਹਨਾਂ ਨੂੰ ਵਰਣਨ ਕੀਤਾ। ਤੇ ਸਭ ਤੋਂ ਪਹਿਲਾਂ ਸਤਿਗੁਰੂ ਜੀ ਨੇ ਨਮਸਕਾਰ ਕਰਦਿਆਂ ਆਖਿਆ ਨਮਸਤਵੰ ਅਕਾਲੇ। ਹੁਣ ਕਾਲ ਦਾ ਮਤਲਬ ਹੁੰਦਾ ਮੌਤ, ਕਾਲ ਦਾ ਮਤਲਬ ਮੌਤ। ਜਿਵੇਂ ਆਪਾਂ ਜਦੋਂ ਅਕਾਲ ਮੂਰਤ ਦੇ ਅਰਥ ਕਰਕੇ ਆਏ ਸਾਂ ਤੇ ਉਹ ਹਸਤੀ ਜਿਸ ਹਸਤੀ ਦੇ ਉੱਤੇ ਕਾਲ ਦਾ ਕੋਈ ਪ੍ਰਭਾਵ ਨਹੀਂ ਹੈ, ਸਮੇਂ ਦਾ ਕੋਈ ਪ੍ਰਭਾਵ ਨਹੀਂ ਹੈ, ਉਹਨੂੰ ਕਿਹਾ ਜਾਂਦਾ ਅਕਾਲ ਮੂਰਤ। ਮੂਰਤ ਤੋਂ ਭਾਵ ਮੂਰਤੀ, ਹਸਤੀ, ਅਕਾਲ, ਕਾਲ ਤੋਂ ਰਹਿਤ। ਹੁਣ ਕਾਲ ਦਾ ਜਦੋਂ ਅੱਖਰੀ ਅਰਥ ਕਰਾਂਗੇ ਤੇ ਮੌਤ ਹੈ।
ਰੱਬ ਜੀ ਤੁਹਾਡੇ ਚਰਨਾਂ ਵਿੱਚ ਸਾਡੀ ਨਮਸਕਾਰ ਹੈ। ਤੂੰ ਨਮਸਕਾਰ ਜਿਹੜਾ ਹੈ ਉਹ ਤੈਨੂੰ ਨਮਸਕਾਰ ਕਰਨੀ ਬਣਦੀ ਹੈ। ਜਾਂ ਸਾਹਿਬ ਕਹਿੰਦੇ ਇਹ ਵਾਹਿਗੁਰੂ ਜੀ ਤੁਹਾਨੂੰ ਨਮਸਕਾਰ ਹੈ, ਤੁਹਾਡੇ ਚਰਨਾਂ ਵਿੱਚ ਸਾਡੀ ਬੰਦਨਾ ਹੈ। ਤੇ ਬੰਦਨਾ ਦਾ ਕਾਰਨ ਕੀ ਹੈ? ਸਭ ਤੋਂ ਪਹਿਲਾਂ ਕਾਰਨ ਦੱਸਿਆ ਅਕਾਲੇ। ਰੱਬ ਜੀ ਤੁਹਾਡੇ ਚਰਨਾਂ 'ਚ ਸਾਡੀ ਇਸ ਕਰਕੇ ਨਮਸਕਾਰ ਹੈ ਕਿਉਂਕਿ ਤੁਸੀਂ ਕਾਲ ਤੋਂ ਰਹਿਤ ਹੋ। ਤੁਹਾਡੇ ਉੱਤੇ ਮੌਤ ਦਾ ਕੋਈ ਪ੍ਰਭਾਵ ਨਹੀਂ ਹੈ, ਤੁਹਾਡੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਹੈ। ਤੁਸੀਂ ਆਪ ਦਇਆਵਾਨ ਹੋ, ਤੁਸੀਂ ਆਪ ਕਾਲ ਤੋਂ ਰਹਿਤ ਹੋ, ਤੁਹਾਡੇ ਉੱਤੇ ਕਾਲ ਦਾ ਕੋਈ ਪ੍ਰਭਾਵ ਨਹੀਂ ਹੈ। ਤੁਸੀਂ ਹਰ ਇੱਕ ਜੀਵ ਦਾ ਕਾਲ ਹੋ, ਜਾਂ ਇਉਂ ਕਹਿ ਸਕਦੇ ਆ ਅਕਾਲ ਪੁਰਖ ਪਰਮੇਸ਼ਵਰ ਜੀ ਤੁਸੀਂ ਮੌਤ ਦੀ ਵੀ ਮੌਤ ਹੋ, ਕਾਲ ਦਾ ਵੀ ਕਾਲ ਹੋ। ਮੌਤ ਸੰਸਾਰ ਉੱਤੇ ਆ ਸਕਦੀ ਹੈ, ਮੌਤ ਉੱਤੇ ਵੀ ਮੌਤ ਆ ਸਕਦੀ ਹੈ, ਪਰ ਰੱਬ ਜੀ ਤੁਹਾਡੇ ਉੱਤੇ ਕਦੇ ਕਾਲ ਦਾ ਕੋਈ ਪ੍ਰਭਾਵ ਨਹੀਂ ਪਏਗਾ। ਥੋੜਾ ਜਿਹਾ ਫਿਰ ਤਵੱਜੋ ਦੇ ਕੇ ਸਮਝਿਓ। ਆਪਾਂ ਜਿੰਨੇ ਵੀ ਜੀਵ ਹਾਂ ਸੰਸਾਰਕ ਤੌਰ ਉੱਤੇ ਰੱਬ ਨੇ ਬਣਾਏ ਹੋਏ, ਜਿੰਨੇ ਵੀ ਅਕਾਲ ਪੁਰਖ ਪਰਮੇਸ਼ਵਰ ਨੇ ਜੀਵ ਪੈਦਾ ਕੀਤੇ ਨੇ, ਬਣਾਏ ਨੇ, ਇਹਨਾਂ ਸਭਨਾਂ ਦੇ ਉੱਤੇ ਉਹਨੇ ਜਿਹੜਾ ਜ਼ੋਰ ਕਾਲ ਹੈ ਨਾ ਉਹ ਰੱਖਿਆ ਹੈ। ਤੇ ਸਾਰਿਆਂ ਦੇ ਜਿਹੜੀ ਗ੍ਰਿਫਤ ਹੈ ਉਹ ਕਾਲ ਦੇ ਹੱਥ ਵਿੱਚ ਹੈ, ਮੌਤ ਦੇ ਹੱਥ ਵਿੱਚ ਹੈ। ਹਰ ਇੱਕ ਜੀਵ ਉਹਦੀ ਗ੍ਰਿਫਤ ਵਿੱਚ ਹੈ। ਇੱਕ ਵੀ ਜੀਵ ਐਸਾ ਨਹੀਂ ਹੈ ਜਿਹੜਾ ਕਾਲ ਦੀ ਗ੍ਰਿਫਤ ਤੋਂ ਪਾਸੇ ਹੋਵੇ, ਜਿਹੜਾ ਇਹ ਕਹਿ ਸਕਦਾ ਹੋਵੇ ਵੀ ਮੇਰੇ ਉੱਤੇ ਸਮੇਂ ਦਾ ਜਾਂ ਮੇਰੇ ਉੱਤੇ ਮੌਤ ਦਾ ਪ੍ਰਭਾਵ ਕੋਈ ਨਹੀਂ ਹੈ। ਹਰ ਇੱਕ ਜੀਵ ਭਾਵੇਂ ਉਹ ਨਿੱਕਾ ਹੈ ਤੇ ਭਾਵੇਂ ਵੱਡਾ ਹੈ, ਭਾਵੇਂ ਉਹ ਸਜੀਵ ਹੈ ਤੇ ਭਾਵੇਂ ਉਹ ਨਿਰਜੀਵ ਹੈ, ਭਾਵੇਂ ਉਹ ਜਿਉਂਦਾ ਹੈ ਤੇ ਭਾਵੇਂ ਉਹ ਨਹੀਂ ਜਿਉਂਦਾ, ਭਾਵੇਂ ਉਹ ਸਾਹ ਲੈਂਦਾ ਹੈ ਤੇ ਭਾਵੇਂ ਨਹੀਂ ਲੈਂਦਾ। ਪਰ ਖਿਆਲ ਰੱਖੀਏ ਸਾਹ ਲੈਣ ਵਾਲੇ ਜੀਵ ਉੱਤੇ ਵੀ ਮੌਤ ਬੈਠੀ ਹੈ, ਤੇ ਜਿਹੜਾ ਸਾਹ ਨਹੀਂ ਲੈ ਰਿਹਾ ਉਸ ਜੀਵ ਉੱਤੇ ਵੀ, ਉਸ ਵਸਤੂ ਉੱਤੇ, ਉਸ ਪਦਾਰਥ ਉੱਤੇ ਵੀ ਕਾਲ ਬੈਠਾ ਹੈ। ਸਾਹ ਲੈਣ ਉੱਤੇ ਵੀ ਸਮੇਂ, ਸਾਹ ਲੈਣ ਵਾਲੇ ਉੱਤੇ ਵੀ ਸਮੇਂ ਦਾ ਪ੍ਰਭਾਵ ਹੈ। ਜਿਹੜਾ ਸਾਹ ਨਹੀਂ ਲੈ ਰਿਹਾ ਉਹਦੇ ਉੱਤੇ ਵੀ ਸਮੇਂ ਦਾ ਪ੍ਰਭਾਵ ਜ਼ਰੂਰ ਹੈ। ਖਿਆਲ ਰੱਖੀਏ ਜਿਹੜੇ ਜੀਵ ਤੇ ਸਜੀਵ ਨੇ ਉਹਨਾਂ ਦੇ ਜਿਵੇਂ ਜਿਵੇਂ ਸਮਾਂ ਗੁਜ਼ਰਦਾ ਜਾਂਦਾ ਤਿਵੇਂ ਤਿਵੇਂ ਆਕਾਰ ਵਿੱਚ ਬਦਲਾਵ ਆਉਂਦਾ ਜਾਂਦਾ ਹੈ। ਜਿੱਥੇ ਆਕਾਰ ਵਿੱਚ ਬਦਲਾਵ ਆਉਂਦਾ ਉੱਥੇ ਉਹਨਾਂ ਦੇ ਸਰੀਰਕ ਬਲ ਵਿੱਚ ਕਮੀ ਆਉਂਦੀ ਜਾਂਦੀ ਹੈ, ਜਾਂ ਸਰੀਰਕ ਬਲ ਵਿੱਚ ਵਾਧਾ ਹੁੰਦਾ ਜਾਂਦਾ ਹੈ ਸਮੇਂ ਦੇ ਮੁਤਾਬਕ। ਜਿਵੇਂ ਜਿਵੇਂ ਫਿਰ ਉਹਨਾਂ ਉੱਤੇ ਸਮੇਂ ਦਾ ਪ੍ਰਭਾਵ ਪਈ ਜਾਂਦਾ ਹੈ ਉਵੇਂ ਉਵੇਂ ਉਹਨਾਂ ਦੇ ਆਕਾਰ ਵਿੱਚ ਤਬਦੀਲੀ ਆਉਂਦੀ, ਬਦਲਾਵ ਆਉਂਦਾ, ਤੇ ਬਦਲਾਵ ਆਉਂਦਿਆਂ ਆਉਂਦਿਆਂ ਇੱਕ ਦਿਨ ਐਸਾ ਆਉਂਦਾ ਹੈ ਜਿਸ ਦਿਨ ਕਾਲ ਆ ਕੇ ਉਹਨਾਂ ਨੂੰ ਚਬਾ ਲੈਂਦਾ ਤੇ ਉਹ ਕਾਲ ਦੇ ਅਧੀਨ ਮਾਰੇ ਜਾਂਦੇ ਨੇ, ਮੌਤ ਆ ਜਾਂਦੀ ਹੈ। ਇਹ ਤੇ ਹੈ ਜਿਹੜੇ ਸਵਾਸ ਲੈ ਰਹੇ ਨੇ ਜੀਵ, ਜਿਉਂਦੇ ਨੇ ਜਿਹੜੇ। ਫਿਰ ਜਦੋਂ ਨਿਰਜੀਵ ਵਸਤੂਆਂ ਦੀ ਗੱਲ ਕਰਾਂਗੇ, ਨਿਰਜੀਵ ਵਸਤੂਆਂ ਉਹ ਜਿਹੜੀਆਂ ਸਵਾਸ ਨਹੀਂ ਲੈਂਦੀਆਂ, ਜਿਨ੍ਹਾਂ ਦੇ ਸਾਹ ਨਹੀਂ ਚੱਲਦੇ। ਹੁਣ ਸਾਹ ਨਾ ਚੱਲਣ ਵਾਲਿਆਂ ਉੱਤੇ ਵੀ, ਵਸਤੂਆਂ ਉੱਤੇ ਵੀ ਸਮੇਂ ਦਾ ਪ੍ਰਭਾਵ ਹੈ। ਕੋਈ ਬਿਲਡਿੰਗ ਬਣਾਈ ਜਾਂਦੀ ਹੈ, ਉਹ ਸਮਾਂ ਪਾ ਕੇ ਹੌਲੀ ਹੌਲੀ ਉਹਦੇ ਵਿੱਚ ਤਬਦੀਲੀ ਆਉਂਦੀ ਜਾਂਦੀ। ਉਹਦੀ ਜਿਹੜੀ ਕਹਿ ਲਈਏ ਵੀ ਬੁਨਿਆਦ ਹੈ ਜਾਂ ਉਹਦਾ ਜਿਹੜਾ ਸਮਾਂ ਹੈ, ਜੇ ਕਿਸੇ ਨੇ ਬਿਲਡਿੰਗ ਬਣਾਈ, ਬਿਲਡਿੰਗ ਬਣਾਉਣ ਵਾਲੇ ਨੇ ਉਹਨੇ 10 ਸਾਲਾਂ ਦੀ ਉਹਨੂੰ ਮੋਹਲਤ ਦਿੱਤੀ ਹੈ ਵੀ 10 ਸਾਲਾਂ ਤੱਕ ਇਹਦੇ ਉੱਤੇ ਕੋਈ ਪ੍ਰਭਾਵ ਨਹੀਂ ਪਏਗਾ, ਪਰ 10 ਸਾਲਾਂ ਬਾਅਦ ਮੈਂ ਇਹਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ। ਮਤਲਬ ਇਹ ਹੈ ਵੀ 10 ਸਾਲਾਂ ਬਾਅਦ ਉਹ ਵੀ ਹੋ ਸਕਦਾ ਕਿ ਡਿੱਗ ਜਾਏ, 10 ਸਾਲਾਂ ਬਾਅਦ ਉਸ ਇਮਾਰਤ ਦਾ ਵੀ ਨਾਸ਼ ਹੋ ਜਾਏ। ਤੇ ਮੇਰੇ ਸਾਹਿਬ ਜੀ ਨੇ ਅੱਜ ਅਪਾਰ ਕਿਰਪਾ ਕੀਤੀ। ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਰੱਬ ਜੀ ਤੁਹਾਡੇ ਚਰਨਾਂ 'ਚ ਸਾਡੀ ਨਮਸਕਾਰ ਹੈ ਕਿਉਂਕਿ ਤੁਸੀਂ ਮੌਤ ਤੋਂ ਰਹਿਤ ਹੋ। ਤੁਹਾਡੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਹੈ। ਭਾਵੇਂ ਅਸੀਂ ਅੱਜ ਵੇਖ ਲਈਏ ਤੇ ਭਾਵੇਂ ਅੱਜ ਤੋਂ 10 ਸਾਲ ਬਾਅਦ ਵਿੱਚ, ਤੇ ਭਾਵੇਂ ਅੱਜ ਤੋਂ 50 ਸਾਲਾਂ ਬਾਅਦ ਵੇਖ ਲਾਂਗੇ, ਅਕਾਲ ਪੁਰਖ ਪਰਮੇਸ਼ਵਰ ਜੀ ਦੁਨੀਆ ਵਿੱਚ ਬਦਲਾਵ ਆਏਗਾ, ਸੰਸਾਰ ਉੱਤੇ ਬਦਲਾਵ ਆਏਗਾ, ਸੰਸਾਰ ਦੇ ਜੀਵਾਂ ਉੱਤੇ ਸਮੇਂ ਦਾ ਪ੍ਰਭਾਵ ਪਏਗਾ, ਤੇ ਸੰਸਾਰਕ ਜੀਵ ਸਮੇਂ ਦੇ ਪ੍ਰਭਾਵ ਨੂੰ ਕਬੂਲਣਗੇ ਵੀ ਜ਼ਰੂਰ। ਪਰ ਇਹ ਅਕਾਲ ਪੁਰਖ ਪਰਮੇਸ਼ਵਰ ਜੀ ਤੁਹਾਡੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਹੈ। ਤੁਸੀਂ ਕਾਲ ਤੋਂ ਰਹਿਤ ਹੋ, ਤੁਹਾਡੇ ਉੱਤੇ ਮੌਤ ਦਾ ਕੋਈ ਪ੍ਰਭਾਵ ਨਹੀਂ ਹੈ। ਤੇ ਇਸ ਲਈ ਅਸੀਂ ਤੁਹਾਡੇ ਚਰਨਾਂ ਵਿੱਚ ਨਮਸਕਾਰ ਕਰਦੇ ਹਾਂ ਕਿਉਂਕਿ ਤੁਸੀਂ ਆਪ ਕਾਲ ਤੋਂ ਰਹਿਤ ਹੋ, ਮੌਤ ਤੋਂ ਰਹਿਤ ਹੋ। ਜਿਹੜਾ ਤੁਹਾਡੇ ਨਾਲ ਜੁੜ ਜਾਂਦਾ ਹੈ ਅਕਾਲ ਪੁਰਖ ਪਰਮੇਸ਼ਵਰ ਜੀ, ਤੁਸੀਂ ਆਪ ਕਿਰਪਾ ਕਰਕੇ ਉਹਦੀ ਜ਼ਿੰਦਗੀ ਵਿੱਚੋਂ ਵੀ ਮੌਤ ਦਾ ਡਰ ਖਤਮ ਕਰ ਦਿੰਦੇ ਹੋ। ਖੈਰ ਸਾਹਿਬ ਕਹਿੰਦੇ ਨਮਸਤਵੰ ਅਕਾਲੇ,
ਫਿਰ ਕਹਿੰਦੇ ਨਮਸਤਵੰ ਕਿਰਪਾਲੇ। ਹੁਣ ਨਮਸਤਵੰ ਦਾ ਭਾਵ ਉਹੀ ਵੀ ਅਸੀਂ ਰੱਬ ਜੀ ਤੁਹਾਡੇ ਚਰਨਾਂ 'ਚ ਨਮਸਕਾਰ ਕਰਦੇ ਹਾਂ, ਤੁਹਾਨੂੰ ਸਾਡੀ ਨਮਸਕਾਰ ਹੈ, ਤੁਸੀਂ ਦਇਆ ਦੇ ਘਰ ਹੋ। ਕਿਰਪਾਲੇ ਦਾ ਮਤਲਬ ਕੀ ਹੈ? ਕਿਰਪਾ ਦਾ ਘਰ। ਰੱਬ ਜੀ ਤੁਹਾਡੇ ਚਰਨਾਂ ਵਿੱਚ ਸਾਡੀ ਨਮਸਕਾਰ ਹੈ ਕਿਉਂਕਿ ਤੁਸੀਂ ਕਿਰਪਾਲੂ ਹੋ। ਤੁਹਾਡੇ ਵਰਗਾ ਕਿਰਪਾਲੂ ਕੋਈ ਵੀ ਨਹੀਂ ਹੈ। ਜਿਹਨੂੰ ਸਤਿਗੁਰੂ ਜੀ ਨੇ ਬਾਣੀ 'ਚ ਆਖਿਆ ਨਾ, ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਬਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਜਿਹਨੂੰ ਕਦੇ ਧੰਨ ਗੁਰੂ, ਜਿੱਥੇ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਮਾਲਕ ਜੀ ਨੇ ਜ਼ਿਕਰ ਕਰਦੇ ਆਖਿਆ, ਉੱਥੇ ਨਾਲ ਭਾਈ ਗੁਰਦਾਸ ਜੀ ਵੀ ਜ਼ਿਕਰ ਕਰਦੇ ਆਖਦੇ, ਤੋਸੋ ਨਾ ਨਾਥ ਅਨਾਥ ਨਾ ਮੋਸਰ। ਤੇ ਰੱਬ ਜੀ ਤੁਹਾਡੇ ਵਰਗਾ ਦਇਆਲੂ ਕੋਈ ਨਹੀਂ ਤੇ ਮੇਰੇ ਵਰਗਾ ਦੀਨ ਕੋਈ ਨਹੀਂ ਹੈ, ਮੇਰੇ ਵਰਗਾ ਭਿਖਾਰੀ ਕੋਈ ਨਹੀਂ ਤੇ ਤੁਹਾਡੇ ਵਰਗਾ ਦਾਤਾ ਕੋਈ ਨਹੀਂ, ਤੁਸੀਂ ਕਿਰਪਾਲੂ ਹੋ। ਇਸ ਕਰਕੇ ਇਹ ਅਕਾਲ ਪੁਰਖ ਪਰਮੇਸ਼ਵਰ ਜੀ ਤੁਹਾਡੇ ਚਰਨਾਂ ਵਿੱਚ ਸਾਡੀ ਨਮਸਕਾਰ ਹੈ, ਤੁਹਾਡੇ ਚਰਨਾਂ ਵਿੱਚ ਸਾਡੀ ਬੰਦਨਾ ਹੈ, ਕਿਉਂਕਿ ਤੁਸੀਂ ਬੜੇ ਵੱਡੇ ਕਿਰਪਾਲੂ ਹੋ। ਕਿਰਪਾਲੂ ਇਤਨੇ ਵੱਡੇ ਹੋ ਕਿ ਤੁਸੀਂ ਕਿਰਪਾ ਦਾ ਘਰ ਹੋ, ਕਿਰਪਾ ਦਾ ਖਜ਼ਾਨਾ ਹੋ। ਜਿਹੜਾ ਵੀ ਜੀਵ ਚੱਲ ਕੇ ਤੁਹਾਡੀ ਸ਼ਰਨ ਵਿੱਚ ਆਉਂਦਾ ਹੈ, ਤੁਹਾਡੇ ਦਰ ਉੱਤੇ ਆਉਂਦਾ ਹੈ, ਰੱਬ ਜੀ ਤੁਸੀਂ ਆਪ ਆਪਣੇ ਦਰ ਉੱਤੇ ਆਏ ਹੋਏ ਨੂੰ ਨਿਵਾਜਦੇ ਹੋ, ਆਪਣੇ ਘਰ ਵਿੱਚ ਆਏ ਹੋਏ ਨੂੰ ਨਿਵਾਜਦੇ ਹੋ। ਤੇ ਅਕਾਲ ਪੁਰਖ ਪਰਮੇਸ਼ਵਰ ਜੀ ਇਸ ਕਰਕੇ ਅਸੀਂ ਤੁਹਾਡੇ ਚਰਨਾਂ ਵਿੱਚ ਨਮਸਕਾਰ ਕਰਦੇ ਹਾਂ। ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ। ਫਿਰ ਨਮਸਤੰ ਅਰੂਪੇ ਨਮਸਤੰ ਅਨੂਪੇ। ਰੱਬ ਜੀ ਤੁਸੀਂ ਅਰੂਪੇ ਹੋ, ਅਰੂਪੇ ਤੋਂ ਰਹਿਤ, ਤੁਹਾਡਾ ਕੋਈ ਖਾਸ ਰੂਪ ਨਹੀਂ ਹੈ। ਰੂਪ ਤੋਂ ਭਾਵ ਇੱਕ ਖਾਸ ਆਕਾਰ ਕਹਿ ਲਈਏ। ਜਦੋਂ ਐੜਾ ਲੱਗ ਜਾਂਦਾ ਹੈ ਫਿਰ ਉਹ ਜਿਹੜਾ ਨਾ ਵਾਚਕ ਵਿੱਚੋਂ ਬਦਲ ਜਾਂਦਾ ਹੈ। ਐੜੇ ਨੇ ਅਗੇਤਰ ਲੱਗਦਿਆਂ ਹੋਇਆਂ ਅਰਥ ਜਿਹੜੇ ਉਹਨਾਂ ਨੂੰ ਬਿਲਕੁਲ ਆਪੋਜ਼ਿਟ ਕਰ ਦੇਣਾ। ਰੂਪ ਲੱਗਿਆ ਭਾਵ ਇੱਕ ਖਾਸ ਰੂਪ, ਇੱਕ ਆਕਾਰ, ਸੀਮਤ ਆਕਾਰ। ਜਦੋਂ ਰੂਪ ਦੇ ਅੱਗੇ ਐੜਾ ਲੱਗ ਜਾਏਗਾ ਤੇ ਹੁਣ ਸਾਰੀਆਂ ਲਿਮਿਟੇਸ਼ਨ ਖਤਮ ਹੋ ਜਾਣਗੀਆਂ। ਹੁਣ ਰੱਬ ਜੀ ਨਾ ਤੇ ਤੁਹਾਡਾ ਕੋਈ ਖਾਸ ਰੂਪ ਹੈ, ਨਾ ਤੁਹਾਡਾ ਕੋਈ ਖਾਸ ਆਕਾਰ ਹੈ, ਤੇ ਨਾ ਹੀ ਤੁਸੀਂ ਕਿਸੇ ਖਾਸ ਰੂਪ ਦੇ ਨਾਲ, ਕਿਸੇ ਸੁੰਦਰਤਾ ਦੇ ਖਾਸ ਸੁੰਦਰਤਾ ਦੇ ਨਾਲ ਤੁਸੀਂ ਸੰਬੰਧ ਰੱਖਦੇ ਹੋ। ਤੁਸੀਂ ਰੂਪ ਤੋਂ ਰਹਿਤ ਹੋ। ਇਸ ਕਰਕੇ ਤੁਹਾਡੇ ਚਰਨਾਂ ਦੇ ਅੰਦਰ ਸਾਡੀ ਨਮਸਕਾਰ ਹੈ ਕਿ ਤੁਹਾਡਾ ਕੋਈ ਵੀ ਖਾਸ ਰੂਪ ਨਹੀਂ ਹੈ ਜਿਹਨੂੰ ਵੇਖ ਕੇ ਅਸੀਂ ਇਹ ਕਹਿ ਸਕਦੇ ਹੋਈਏ ਜੀ ਆਹ ਰੂਪ ਅਕਾਲ ਪੁਰਖ ਪਰਮੇਸ਼ਵਰ ਦਾ। ਜਿਸ ਪਾਸੇ ਮਰਜੀ ਝਾਤ ਮਾਰਾਂਗੇ, ਜਿਸ ਪਾਸੇ ਵੀ ਅਸੀਂ ਵੇਖਾਂਗੇ ਅਕਾਲ ਪੁਰਖ ਪਰਮੇਸ਼ਵਰ ਜੀ, ਉਸ ਪਾਸੇ ਸਿਰਫ ਤੁਹਾਡਾ ਹੀ ਰੂਪ ਨਜ਼ਰ ਆਏਗਾ। ਤੁਸੀਂ ਹਰ ਇੱਕ ਰੂਪ ਅੰਦਰ ਸੁਭਾਇਮਾਨ ਹੋ ਤੇ ਇੱਕ ਵੀ ਰੂਪ ਐਸਾ ਨਹੀਂ ਹੈ ਜਿਹੜਾ ਰੂਪ ਤੁਹਾਡਾ ਹੋਵੇ। ਜਿਵੇਂ ਕਦੇ ਗੁਰੂ ਨਾਨਕ ਸਾਹਿਬ ਜੀ ਨੇ ਜ਼ਿਕਰ ਕਰਦੇ ਆ, ਜਦੋਂ ਆਪਾਂ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਉਹਦੇ ਵਿੱਚ ਜ਼ਿਕਰ ਕਰਦੇ ਆਖਿਆ ਨਾ ਕਿ ਅਕਾਲ ਪੁਰਖ ਪਰਮੇਸ਼ਵਰ ਜੀ ਜਦੋਂ ਤੁਹਾਡੇ ਸਰੂਪ ਦੀ ਗੱਲ ਕੀਤੀ ਗਈ ਤੇ ਫਿਰ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। हे ਅਕਾਲ ਪੁਰਖ ਪਰਮੇਸ਼ਵਰ ਜੀ ਤੁਹਾਡੀ ਜੋਤ ਸਾਰਿਆਂ ਵਿੱਚ ਬੈਠੀ ਹੈ, ਤੁਹਾਡੀ ਜੋਤ ਹਰ ਜੀਵ ਅੰਦਰ ਕਰਮ ਕਰ ਰਹੀ ਹੈ, ਪਰ ਜਿੱਥੇ ਹਰ ਇੱਕ ਜੀਵ ਅੰਦਰ ਤੁਹਾਡੀ ਜੋਤ ਕਰਮ ਕਰਦੀ ਹੈ ਉੱਥੇ ਸਾਰੇ ਜੀਵਾਂ ਤੋਂ ਤੁਸੀਂ ਨਿਰਲੇਪ ਵੀ ਬੈਠੇ ਹੋ। ਕਿਸੇ ਖਾਸ ਜੀਵ ਅੰਦਰ ਤੁਹਾਡੀ ਜਿਹੜੀ ਜੋਤ ਹੈ ਉਹ ਨਹੀਂ, ਹਰ ਇੱਕ ਜੀਵ ਅੰਦਰ ਤੁਹਾਡੀ ਜੋਤ ਹੈ ਜਦੋਂ ਅਸੀਂ ਸਰਗੁਣ ਸਰੂਪ ਵਿੱਚ ਵੇਖਾਂਗੇ। ਪਰ ਅਕਾਲ ਪੁਰਖ ਪਰਮੇਸ਼ਵਰ ਜੀ ਜਦੋਂ ਤੁਹਾਡਾ ਨਿਰਗੁਣ ਸਰੂਪ ਵੇਖਾਂਗੇ ਤੇ ਫਿਰ ਇੱਕ ਵੀ ਜੀਵ ਐਸਾ ਨਹੀਂ ਜਾਂ ਇੱਕ ਵੀ ਆਕਾਰ ਐਸਾ ਨਹੀਂ ਹੈ ਜਿਹੜਾ ਤੁਹਾਡਾ ਹੋਵੇ। ਜਦੋਂ ਸਰਗੁਣ ਸਰੂਪ ਵੇਖੀਏ ਤੇ ਰੱਬ ਜੀ ਦੁਨੀਆ ਦਾ ਇੱਕ ਨਿੱਕੇ ਤੋਂ ਨਿੱਕਾ ਕਣ ਤੁਹਾਡਾ ਹੀ ਰੂਪ ਹੈ, ਪਰ ਜਦੋਂ ਤੁਹਾਡੇ ਨਿਰਗੁਣ ਸਰੂਪ ਨੂੰ ਵੇਖਾਂਗੇ ਤੇ ਦੁਨੀਆ ਦਾ ਇੱਕ ਨਿੱਕਾ ਜਿਹਾ ਕਣ ਵੀ ਐਸਾ ਨਹੀਂ ਜਿਹੜਾ ਤੁਹਾਡਾ ਰੂਪ ਬਣ ਸਕਦਾ ਹੋਵੇ। ਖੈਰ ਸਾਹਿਬ ਕਹਿੰਦੇ ਨਮਸਤੰ ਅਰੂਪੇ। ਰੱਬ ਜੀ ਤੁਹਾਡੇ ਚਰਨਾਂ 'ਚ ਸਾਡੀ ਨਮਸਕਾਰ ਹੈ ਕਿਉਂਕਿ ਤੁਸੀਂ ਰੂਪ ਤੋਂ ਰਹਿਤ ਹੋ, ਤੁਹਾਡਾ ਕੋਈ ਖਾਸ ਰੂਪ ਨਹੀਂ। ਫਿਰ ਕਹਿੰਦੇ ਨਮਸਤੰ ਅਨੂਪੇ। ਹੁਣ ਜਦੋਂ ਅਨੂਪੇ ਦੀ ਗੱਲ ਕਰਾਂਗੇ ਨਾ ਤੇ ਅਨੂਪੇ ਤੋਂ ਭਾਵ ਹੁੰਦਾ ਹੈ, ਅਸਲ ਦੇ ਵਿੱਚ ਲਫ਼ਜ਼ ਹੈ ਉਪਮਾ, ਕਿਸੇ ਦੀ ਵਡਿਆਈ ਕਰਨਾ। ਇੱਥੇ ਸਤਿਗੁਰੂ ਜੀ ਨੇ ਲਫ਼ਜ਼ ਅਨੂਪੇ ਵਰਤਿਆ, ਮਤਲਬ ਵਡਿਆਈ ਤੋਂ ਰਹਿਤ।
ਰੱਬ ਜੀ ਜਿੰਨੇ ਵੱਡੇ ਤੁਸੀਂ ਹੋ, ਕੋਈ ਵੀ ਤੁਹਾਡਾ ਜੀਵ ਜਿਹੜਾ ਉਹ ਬਣਾਇਆ ਹੋਇਆ ਜਾਂ ਤੁਹਾਡੇ ਤੋਂ ਬਿਨਾਂ ਤੁਹਾਡੇ ਰੂਪ ਬਾਰੇ, ਤੁਹਾਡੇ ਆਕਾਰ ਬਾਰੇ, ਤੁਹਾਡੀ ਹਸਤੀ ਦੇ ਬਾਰੇ ਕੋਈ ਦੂਜਾ ਜਾਣ ਨਹੀਂ ਸਕਦਾ। ਜਿਹਨੂੰ ਆਪਾਂ ਜਪਜੀ ਦੀ ਬਾਣੀ ਵਿੱਚ ਪੜ੍ਹ ਕੇ ਆਏ ਹਾਂ, ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ। ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਹੁਣ ਉਹ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਹੈ, ਉਹਦੇ ਵਰਗਾ ਦੂਜਾ ਹੈ ਹੀ ਕੋਈ ਨਹੀਂ। ਤੇ ਖਿਆਲ ਰੱਖੀਏ, ਜਿੱਥੇ ਉਹਦੇ ਵਰਗਾ ਦੂਜਾ ਕੋਈ ਨਹੀਂ, ਉੱਥੇ ਉਹ ਹੈ ਵੀ ਉਪਮਾ ਤੋਂ ਰਹਿਤ। ਉਹ ਕਿੱਡਾ ਵੱਡਾ ਹੈ ਉਹ ਆਪ ਜਾਣਦਾ ਹੈ। ਉਹਨੂੰ ਕੋਈ ਦੂਸਰਾ ਜੀਵ ਜਿਹੜਾ ਕਦੇ ਬਿਆਨ ਨਹੀਂ ਕਰ ਸਕਦਾ, ਉਹਦੀ ਉਪਮਾ ਹੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਉਹ ਹੈ ਹੀ ਉਪਮਾ ਤੋਂ ਰਹਿਤ। ਜਦੋਂ ਉਪਮਾ ਦੀ ਬਾਤ ਆਉਂਦੀ ਹੈ ਤੇ ਸਾਡੀ ਕੀਤੀ ਹੋਈ ਉਪਮਾ ਜਿਹੜੀ ਉਹ ਕਿਤੇ ਨਾ ਕਿਤੇ ਜਾ ਕੇ ਸੀਮਤ ਹੋ ਜਾਂਦੀ ਹੈ, ਕਿਸੇ ਲਿਮਟ ਵਿੱਚ ਆ ਜਾਂਦੀ ਹੈ। ਪਰ ਜਿਹੜਾ ਅਕਾਲ ਪੁਰਖ ਪਰਮੇਸ਼ਵਰ ਹੈ ਉਹ ਸੀਮਾਵਾਂ ਤੋਂ ਰਹਿਤ ਹੈ, ਉਹ ਕਿਸੇ ਲਿਮਟ ਵਿੱਚ ਨਹੀਂ ਆਉਂਦਾ, ਉਹ ਲਿਮਟਲੈਸ ਹੈ। ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ, ਰੱਬ ਜੀ ਤੁਹਾਡੇ ਚਰਨਾਂ 'ਚ ਸਾਡੀ ਨਮਸਕਾਰ ਹੈ, ਕਿਉਂਕਿ ਤੁਸੀਂ ਉਪਮਾ ਤੋਂ ਰਹਿਤ ਹੋ। ਕਿਸੇ ਪ੍ਰਕਾਰ ਵੀ ਤੁਹਾਡੀ ਜਿਹੜੀ ਉਹ ਉਪਮਾ ਅਸੀਂ ਨਹੀਂ ਕਰ ਸਕਦੇ। ਤੁਹਾਡੇ ਜਿੱਡਾ ਦੂਜਾ ਹੈ ਕੋਈ ਨਹੀਂ, ਤੁਹਾਡੇ ਵਰਗਾ ਕੋਈ ਦੂਜਾ ਨਹੀਂ, ਤੁਹਾਡੇ ਗੁਣਾਂ ਵਰਗੇ ਕਿਸੇ ਕੋਲ ਗੁਣ ਨਹੀਂ। ਅਕਾਲ ਪੁਰਖ ਪਰਮੇਸ਼ਵਰ ਜੀ, ਅਸੀਂ ਕਿਸੇ ਪ੍ਰਕਾਰ ਵੀ ਤੁਹਾਡੀ ਉਪਮਾ ਨਹੀਂ ਕਰ ਸਕਦੇ। ਇਸ ਕਰਕੇ ਤੁਹਾਡੇ ਚਰਨਾਂ ਵਿੱਚ ਸਾਡੀ ਨਮਸਕਾਰ ਹੈ। ਨਮਸਤੰ ਅਪੇਖੇ ਨਮਸਤੰ ਅਲੇਖੇ, ਨਮਸਤੰ ਅਕਾਏ ਨਮਸਤੰ ਅਜਾਏ। ਫਿਰ ਸਤਿਗੁਰੂ ਜੀ ਨੇ ਅਗਲੇ ਪਦੇ ਵਿੱਚ ਜ਼ਿਕਰ ਕੀਤਾ, ਭੇਖ ਤੋਂ ਭਾਵ ਹੁੰਦਾ ਹੈ ਖਾਸ ਪਹਿਰਾਵਾ। ਗੁਰੂ ਕਲਗੀਧਰ ਸਾਹਿਬ ਕਹਿੰਦੇ ਨਮਸਤੰ ਅਪੇਖੇ। ਨਮਸਤੰ ਤੋਂ ਭਾਵ ਨਮਸਕਾਰ ਹੈ। ਰੱਬ ਜੀ ਤੁਹਾਡੇ ਚਰਨਾਂ ਦੇ ਅੰਦਰ ਤੁਹਾਨੂੰ ਸਾਡੀ ਨਮਸਕਾਰ ਹੈ। ਅਪੇਖੇ ਕਿਉਂਕਿ ਤੁਸੀਂ ਭੇਖ ਤੋਂ ਰਹਿਤ ਹੋ। ਤੁਹਾਡਾ ਕੋਈ ਖਾਸ ਪਹਿਰਾਵਾ ਨਹੀਂ, ਜਾਂ ਤੁਹਾਡੀ ਕੋਈ ਖਾਸ ਜਿਹੜੀ ਨਾ ਉਹ ਤਸਵੀਰ ਨਹੀਂ ਬਣਾਈ ਜਾ ਸਕਦੀ ਕਿਸੇ ਪ੍ਰਕਾਰ ਵੀ। ਨਮਸਤੰ ਅਪੇਖੇ ਨਮਸਤੰ ਅਲੇਖੇ। ਅਲੇਖੇ ਤੋਂ ਭਾਵ ਕੋਈ ਖਾਸ ਲੇਖ, ਖਾਸ ਲਿਖਤ, ਖਾਸ ਤਸਵੀਰ ਜਾਂ ਖਾਸ ਚਿੱਤਰ। ਰੱਬ ਜੀ ਤੁਹਾਡੇ ਚਰਨਾਂ ਵਿੱਚ ਸਾਡੀ ਨਮਸਕਾਰ ਹੈ, ਤੁਹਾਨੂੰ ਸਾਡੀ ਨਮਸਕਾਰ ਹੈ, ਕਿਉਂਕਿ ਤੁਸੀਂ ਇੱਕ ਤੇ ਪਹਿਰਾਵੇ ਤੋਂ ਰਹਿਤ ਹੋ। ਤੁਹਾਡਾ ਕੋਈ ਖਾਸ ਪਹਿਰਾਵਾ ਨਹੀਂ। ਜੀਵ ਕਿਸੇ ਪਹਿਰਾਵੇ ਨੂੰ ਪਾ ਕੇ ਇਹ ਨਹੀਂ ਕਹਿ ਸਕਦਾ ਕਿ ਜਿਹੜਾ ਮੈਂ ਪਹਿਰਾਵਾ ਪਾਇਆ ਇਹ ਰੱਬ ਦਾ ਪਹਿਰਾਵਾ ਹੈ। ਨਹੀਂ, ਕੋਈ ਜੈਸਾ ਮਰਜ਼ੀ ਪਹਿਰਾਵਾ ਪਹਿਨ ਲਏ, ਪਰ ਰੱਬ ਜੀ ਤੁਹਾਡੇ ਖਾਸ ਪਹਿਰਾਵੇ ਦਾ ਜ਼ਿਕਰ ਅੱਜ ਤੱਕ ਕੋਈ ਨਹੀਂ ਕਰ ਸਕਿਆ। ਵੱਖਰੇ ਵੱਖਰੇ ਤੌਰ ਦੇ ਉੱਤੇ ਜੀਵਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ, ਬੜੇ ਯਤਨ ਕੀਤੇ ਤੇ ਵੱਖਰੇ ਵੱਖਰੇ ਪਹਿਰਾਵੇ ਧਾਰਨ ਵੀ ਜੀਵ ਕਰ ਰਹੇ ਨੇ। ਤੇ ਜੀਵ ਧਰਮ ਦੇ ਨਾਮ ਉੱਤੇ ਕਈ ਪਹਿਰਾਵਿਆਂ ਦਾ ਜ਼ਿਕਰ ਜਿਹੜਾ ਉਹ ਕਰਦੇ ਨੇ। ਪਰ ਅਕਾਲ ਪੁਰਖ ਪਰਮੇਸ਼ਵਰ ਜੀ ਜਦੋਂ ਤੁਹਾਡੇ ਘਰ ਦੀ ਬਾਤ ਆਏਗੀ, ਤੁਹਾਡੇ ਦਰ ਦੀ ਬਾਤ ਆਏਗੀ, ਹੋ ਸਕਦਾ ਜੀਵ ਦਾ ਧਰਮ ਉਹਨੂੰ ਪਹਿਰਾਵੇ ਦੀ ਗੱਲ ਕਹਿੰਦਾ ਹੋਵੇ, ਜੀਵ ਦਾ ਧਰਮ ਉਹਦੇ ਪਹਿਰਾਵੇ ਦੀ ਬਾਤ ਕਿਸੇ ਹੋਰ ਪਹਿਰਾਵੇ ਦੀ ਬਾਤ ਕਰਦਾ ਹੋਵੇ। ਪਰ ਅਕਾਲ ਪੁਰਖ ਜੀ ਜਦੋਂ ਤੁਹਾਡੇ ਦਰ ਦੀ ਗੱਲ ਕਰਾਂਗੇ, ਤੁਹਾਡੇ ਘਰ ਦੀ ਗੱਲ ਕਰਾਂਗੇ, ਫਿਰ ਜਿਸ ਜਿਸ ਜੀਵ ਧਰਮ ਦੇ ਨਾਲ ਜੀਵ ਸੰਬੰਧ ਰੱਖਦਾ ਹੈ, ਉਹ ਆਪਣੇ ਧਰਮ ਦੇ ਨਾਮ ਉੱਤੇ ਜਾਂ ਧਰਮ ਦੇ ਨਾਲ ਸੰਬੰਧ ਰੱਖਣ ਦੇ ਉੱਤੇ ਪਹਿਰਾਵਾ ਤੇ ਧਰਮ ਵਾਲਾ ਪਹਿਨਦਾ ਹੈ। ਪਰ ਉੱਥੇ ਦਾਅਵਾ ਇਹ ਨਹੀਂ ਕੀਤਾ ਜਾ ਸਕਦਾ ਕਿ ਅਕਾਲ ਪੁਰਖ ਪਰਮੇਸ਼ਵਰ ਜੀ ਜਿਹੜਾ ਪਹਿਰਾਵਾ ਅਸੀਂ ਪਾਇਆ ਇਹੋ ਤੇਰਾ ਖਾਸ ਪਹਿਰਾਵਾ ਹੈ। ਕਿਸੇ ਵੀ ਪਹਿਰਾਵੇ ਦੇ ਅੰਦਰ ਰੱਬ ਜੀ ਜਦੋਂ ਵੀ ਪਹਿਰਾਵੇ ਦੀ ਬਾਤ ਆਏਗੀ ਤੇ ਉਦੋਂ ਤੁਹਾਡੀ ਜਦੋਂ ਹਸਤੀ ਦੀ ਗੱਲ ਆਏਗੀ ਤੇ ਪਹਿਰਾਵੇ ਤੋਂ ਰਹਿਤ ਹੀ ਮੰਨੀ ਜਾਏਗੀ। ਇੱਕ ਵੀ ਐਸਾ ਪਹਿਰਾਵਾ ਨਹੀਂ ਜਿਸ ਪਹਿਰਾਵੇ ਦੇ ਵੱਲ ਅਸੀਂ ਹੱਥ ਕਰਕੇ ਕਹਿ ਸਕਦੇ ਹੋਈਏ ਕਿ ਇਹ ਰੱਬ ਦਾ ਖਾਸ ਪਹਿਰਾਵਾ ਹੈ। ਚਾਹੇ ਪੋਸ਼ਾਕਾਂ ਦੀ ਗੱਲ ਕਰ ਲਈਏ, ਚਾਹੇ ਰੰਗਾਂ ਦੀ ਗੱਲ ਕਰ ਲਈਏ, ਚਾਹੇ ਬਣਤਰ ਦੀ ਗੱਲ ਕਰ ਲਈਏ, ਕੋਈ ਖਾਸ ਨਹੀਂ। ਨਮਸਤੰ ਅਪੇਖੇ, ਰੱਬ ਜੀ ਤੁਹਾਡੇ ਚਰਨਾਂ 'ਚ ਸਾਡੀ ਨਮਸਕਾਰ ਹੈ ਕਿਉਂਕਿ ਤੁਸੀਂ ਭੇਖ ਤੋਂ ਰਹਿਤ ਹੋ। ਫਿਰ ਨਮਸਤੰ ਅਲੇਖੇ, ਹੁਣ ਕੋਈ ਖਾਸ ਲੇਖ ਨਹੀਂ ਹੈ।
ਅਸੀਂ ਇਹ ਨਹੀਂ ਕਿ ਕੋਈ ਖਾਸ ਤਸਵੀਰ ਬਣਾ ਕੇ ਆਖਾਂਗੇ ਜੀ ਰੱਬ ਦੀ ਅਸੀਂ ਤਸਵੀਰ ਬਣਾ ਲਈ। ਸਾਡਾ ਬਣਾਇਆ ਹੋਇਆ ਆਕਾਰ ਜਾਂ ਸਾਡੀ ਬਣਾਈ ਹੋਈ ਤਸਵੀਰ ਜਿਹੜੀ ਹੈ ਉਹ ਕਿਸੇ ਨਾ ਕਿਸੇ ਸੀਮਾ ਤੱਕ ਹੈ, ਕਿਸੇ ਨਾ ਕਿਸੇ ਲਿਮਟ ਤੱਕ ਹੈ। ਪਰ ਰੱਬ ਦੀ ਅਸੀਂ ਕਿਹੜੀ ਖਾਸ ਤਸਵੀਰ ਬਣਾਵਾਂਗੇ ਜਿਹੜੀ ਤਸਵੀਰ ਬਣਾ ਕੇ ਅਸੀਂ ਦਾਅਵਾ ਕਰ ਸਕਦੇ ਹੋਈਏ ਕਿ ਅੱਜ ਜਿਹੜਾ ਚਿੱਤਰ ਮੈਂ ਬਣਾਇਆ ਇਹ ਚਿੱਤਰ ਅਕਾਲ ਪੁਰਖ ਪਰਮੇਸ਼ਵਰ ਦਾ ਹੈ, ਜਾਂ ਜਿਹੜੇ ਚਿੱਤਰ ਨੂੰ ਮੈਂ ਬਣਾਉਣ ਲੱਗਾ ਹਾਂ ਅਕਾਲ ਪੁਰਖ ਪਰਮੇਸ਼ਵਰ ਐਸਾ ਨਜ਼ਰ ਆਉਂਦਾ ਹੈ। ਅਸੀਂ ਇਹ ਤੇ ਕਹਿ ਸਕਦੇ ਹਾਂ ਕਿ ਐਸਾ ਨਜ਼ਰ ਆਉਂਦਾ ਸਾਡਾ ਅੰਦਾਜ਼ਾ ਹੈ, ਪਰ ਦਾਅਵਾ ਕਰਕੇ ਨਹੀਂ ਕਹਿ ਸਕਦੇ ਕਿ ਮੈਂ ਜੋ ਬਣਾਇਆ ਬਸ ਇਹੀ ਰੱਬ ਹੈ। ਕਦੇ ਅਸੀਂ ਰੱਬ ਵਾਲੇ ਪਾਸੇ ਦਾਅਵਾ ਨਹੀਂ ਕਰ ਸਕਦੇ। ਅੱਜ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਿੱਤੇ ਹੋਏ ਜਿਹੜੇ ਉਪਦੇਸ਼ ਨੇ ਨਾ ਉਹ ਮਾਨੋ ਇਉਂ ਸਮਝ ਲਈਏ ਕਿ ਜਿਨ੍ਹਾਂ ਲੋਕਾਂ ਨੇ ਰੱਬ ਦੇ ਉੱਤੇ ਦਾਅਵੇ ਕੀਤੇ ਵੀ ਰੱਬ ਸਿਰਫ ਇੰਨਾ ਕੀ ਹੈ, ਜਾਂ ਰੱਬ ਦੇ ਪਹਿਰਾਵਿਆਂ ਉੱਤੇ ਦਾਅਵੇ ਕੀਤੇ, ਰੱਬ ਦੇ ਰੂਪ ਉੱਤੇ ਦਾਅਵਾ ਕੀਤਾ, ਰੱਬ ਦੇ ਚਿੱਤਰ ਉੱਤੇ ਦਾਅਵੇ ਕੀਤੇ, ਜਾਂ ਰੱਬ ਦੀ ਉਪਮਾ ਉੱਤੇ ਦਾਅਵੇ ਕੀਤੇ, ਉਹਨਾਂ ਸਾਰਿਆਂ ਦੇ ਲਈ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਇਹ ਜਵਾਬ ਨੇ, ਭਾਈ ਅਸੀਂ ਤੇ ਉਸ ਅਕਾਲ ਪੁਰਖ ਪਰਮੇਸ਼ਵਰ ਦੇ ਪੁਜਾਰੀ ਹਾਂ, ਅਸੀਂ ਤੇ ਉਸ ਅਕਾਲ ਪੁਰਖ ਪਰਮੇਸ਼ਵਰ ਦੀ ਪੂਜਾ ਕਰਦੇ ਹਾਂ, ਅਸੀਂ ਉਸ ਪ੍ਰਭੂ ਦੇ ਅੱਗੇ ਨਮਸਕਾਰ ਕਰਦੇ ਹਾਂ ਜਿਹੜਾ ਖਾਸ ਕਿਸੇ ਵੀ ਵਸਤੂ ਨਾਲ ਸੰਬੰਧ ਨਹੀਂ ਰੱਖਦਾ। ਉਹ ਪਰਮੇਸ਼ਵਰ ਦਾ ਨਾ ਕੋਈ ਖਾਸ ਰੂਪ ਹੈ, ਉਹ ਪਰਮੇਸ਼ਵਰ ਦਾ ਨਾ ਖਾਸ ਆਕਾਰ ਹੈ, ਉਹ ਪਰਮੇਸ਼ਵਰ ਵਰਗਾ ਦੂਜਾ ਹੈ ਕੋਈ ਨਹੀਂ, ਉਹ ਪਰਮੇਸ਼ਵਰ ਕਾਲ ਤੋਂ ਰਹਿਤ ਹੈ। ਸਾਡਾ ਪਰਮੇਸ਼ਵਰ ਕਦੇ ਮਰਦਾ ਨਹੀਂ। ਤੇ ਨਾਲ ਹੀ ਗੁਰੂ ਸਾਹਿਬ ਕਹਿੰਦੇ ਨਮਸਤੰ ਅਲੇਖੇ, ਸਾਡੇ ਪਰਮੇਸ਼ਵਰ ਦੀ ਕੋਈ ਖਾਸ ਚਿੱਤਰ ਜਾਂ ਲੇਖ ਦੀ ਬਾਤ ਨਹੀਂ, ਉਹਦੇ ਚਰਨਾਂ ਵਿੱਚ ਨਮਸਕਾਰ ਹੈ। ਰੱਬ ਜੀ ਤੈਨੂੰ ਨਮਸਕਾਰ ਹੈ, ਹੇ ਵਾਹਿਗੁਰੂ ਪਰਮੇਸ਼ਵਰ ਜੀ, ਕਿਉਂਕਿ ਤੇਰੀ ਖਾਸ ਤਸਵੀਰ ਜਿਹੜੀ ਉਹਨੂੰ ਨਹੀਂ ਬਣਾਇਆ ਜਾ ਸਕਦਾ। ਫਿਰ ਕਹਿੰਦੇ ਨਮਸਤੰ ਅਕਾਏ। ਕਾਏ ਕਾਏ ਲਫ਼ਜ਼ ਬਣਿਆ ਕਾਇਆ ਤੋਂ। ਰੱਬ ਜੀ ਨਮਸਤੰ ਅਕਾਏ, ਤੁਸੀਂ ਕਾਇਆ ਤੋਂ ਰਹਿਤ ਹੋ। ਤੁਹਾਡੇ ਚਰਨਾਂ ਵਿੱਚ ਸਾਡੀ ਨਮਸਕਾਰ ਹੈ ਕਿਉਂਕਿ ਤੁਸੀਂ ਕਾਇਆ ਤੋਂ ਰਹਿਤ ਹੋ, ਤੁਹਾਡੀ ਕੋਈ ਖਾਸ ਕਾਇਆ ਨਹੀਂ। ਜਦੋਂ ਆਪਾਂ ਕਾਇਆ ਦਾ ਜ਼ਿਕਰ ਕਰਦੇ ਹਾਂ, ਸਰੀਰਾਂ ਦਾ ਜ਼ਿਕਰ ਕਰਦੇ ਹਾਂ, ਅਸੀਂ ਸਰੀਰ ਵੇਖ ਕੇ ਅੰਦਾਜ਼ਾ ਲਾਈਦਾ ਕਿ ਜੀਵ ਕਿਹੜਾ ਹੈ। ਮਨੁੱਖਾ ਸਰੀਰ ਵੇਖਿਆ ਅਸੀਂ ਕਹਿਤਾ ਜੀ ਇਹ ਮਨੁੱਖ ਹੈ। ਪਸ਼ੂ ਸਰੀਰ ਵੇਖਿਆ ਅਸੀਂ ਪਸ਼ੂ ਦਾ ਜ਼ਿਕਰ ਕਰਦੇ ਹਾਂ, ਇਹ ਕਹਿਤਾ ਜੀ ਇਹ ਫਲਾਣਾ ਪਸ਼ੂ ਹੈ। ਪਕਸ਼ੀ ਦਾ ਸਰੀਰ ਵੇਖਿਆ ਅਸੀਂ ਉਹ ਸਰੀਰ ਵੇਖਦੇ ਹਾਂ ਕਹਿ ਦਿੱਤਾ ਜੀ ਇਹ ਪੰਛੀ ਹੈ ਤੇ ਫਲਾਣਾ ਪੰਛੀ ਹੈ, ਅਸੀਂ ਉਹਦਾ ਜ਼ਿਕਰ ਵੀ ਕਰਤਾ। ਜਦੋਂ ਮਿਥਿਹਾਸ ਪੜ੍ਹਦੇ ਹਾਂ ਤੇ ਮਿਥਿਹਾਸ ਦੇ ਅੰਦਰ ਜਦੋਂ ਹਰਨਾਕਸ਼ ਨੂੰ ਮਾਰਨ ਦੀ ਬਾਤ ਆਉਂਦੀ ਤੇ ਉਦੋਂ ਇੱਕ ਆਕਾਰ ਵਿੱਚ ਦੋ ਸਰੂਪ ਨੇ ਮੰਨਿਆ ਜਾਂਦਾ ਹੈ ਕਿ ਅੱਧਾ ਮਨੁੱਖ ਦਾ ਧੜ ਸੀ ਤੇ ਅੱਧਾ ਸਿੰਘ ਦਾ ਧੜ, ਜਿਹਨੂੰ ਆਪਾਂ ਨਰ ਸਿੰਘ ਕਹਿ ਕੇ ਨਿਵਾਜਦੇ ਹਾਂ। ਆਕਾਰ ਵੇਖ ਕੇ ਤੇ ਉਹਦਾ ਨਾਮ ਵੀ ਉਸੇ ਤਰ੍ਹਾਂ ਦਾ ਰੱਖ ਦਿੱਤਾ ਗਿਆ ਵੀ ਇਹ ਨਰ ਸਿੰਘ ਹੈ, ਨਾ ਜਾਨਵਰ ਹੈ ਤੇ ਨਾ ਮਨੁੱਖ ਹੈ। ਪਰਮੇਸ਼ਵਰ ਜੀ ਜਦੋਂ ਤੁਹਾਡੀ ਕਾਇਆ ਦੀ ਗੱਲ ਕਰਾਂਗੇ ਤੇ ਕੋਈ ਖਾਸ ਨਹੀਂ, ਕਿਉਂਕਿ ਤੁਸੀਂ ਹੋ ਹੀ ਅਕਾਏ, ਜਿਹਦੀ ਕੋਈ ਕਾਇਆ ਨਹੀਂ ਹੁੰਦੀ, ਕਾਇਆ ਤੋਂ ਰਹਿਤ ਹੋ ਤੁਸੀਂ। ਇਸ ਕਰਕੇ ਸਾਡੀ ਤੁਹਾਡੇ ਚਰਨਾਂ ਵਿੱਚ ਨਮਸਕਾਰ, ਤੁਹਾਡੇ ਅੱਗੇ ਸਾਡੀ ਬੰਦਨਾ ਹੈ, ਇਹ ਅਕਾਲ ਪੁਰਖ ਪਰਮੇਸ਼ਵਰ ਜੀ, ਕਿਉਂਕਿ ਤੁਸੀਂ ਦੇਹ ਤੋਂ ਰਹਿਤ ਹੋ, ਸਰੀਰ ਤੋਂ ਰਹਿਤ ਹੋ, ਤੁਹਾਡਾ ਕੋਈ ਵੀ ਖਾਸ ਜਿਹੜਾ ਉਹ ਸਰੀਰ ਨਹੀਂ ਹੈ। ਫਿਰ ਕਹਿੰਦੇ ਨਮਸਤੰ ਅਜਾਏ। ਹੁਣ ਅਜਾਏ ਤੋਂ ਭਾਵ ਹੁੰਦਾ ਹੈ, ਅਸਲ ਲਫ਼ਜ਼ ਹੈ ਜਾਏ। ਤੂੰ ਕਿਹਦਾ ਜਾਇਆ ਹੈ, ਤੈਨੂੰ ਕਿਹਨੇ ਜਣਿਆ। ਜਣਿਆ ਤੋਂ ਭਾਵ ਜਾਏ ਤੋਂ ਭਾਵ ਜਨਮ ਦੇਣਾ, ਜਿਹਨੂੰ ਕਿਸੇ ਨੇ ਜਨਮ ਦਿੱਤਾ ਹੋਵੇ। ਜਿੰਨੇ ਗੁਣ ਧੰਨ ਗੁਰੂ ਕਲਗੀਧਰ ਸਾਹਿਬ ਨੇ ਜਾਪ ਸਾਹਿਬ ਵਿੱਚ ਜ਼ਿਕਰ ਕਰਦਿਆਂ ਦੱਸੇ ਨੇ ਨਾ, ਇੱਕ ਖਿਆਲ ਰੱਖ ਕੇ ਚੱਲਿਓ, ਧੰਨ ਗੁਰੂ ਨਾਨਕ ਪਾਤਸ਼ਾਹ ਨੇ ਮੂਲ ਮੰਤਰ ਦੇ ਰੂਪ ਵਿੱਚ ਸਾਰੇ ਹੀ ਸਾਨੂੰ ਪਹਿਲੋਂ ਸਮਝਾ ਦਿੱਤੇ ਨੇ। ਸਾਰੇ ਦੇ ਸਾਰੇ ਉਹਨਾਂ ਗੁਣਾਂ ਦਾ ਹੀ ਜ਼ਿਕਰ ਹੈ, ਬਸ ਕੇਵਲ ਸ਼ਬਦਾਂ ਵਿੱਚ ਤਬਦੀਲੀ ਕੀਤੀ ਹੈ। ਸ਼ਬਦਾਂ ਦਾ ਕੇਵਲ ਜਿਹੜਾ ਬਾਹਰੀ ਸਰੂਪ ਹੈ ਉਹ ਬਦਲਿਆ ਹੈ। ਅੱਖਰੀ ਅਰਥ ਹੋ ਸਕਦਾ ਸ਼ਬਦਾਂ ਦੇ ਬਦਲ ਜਾਣ, ਪਰ ਜਦੋਂ ਭਾਵ ਅਰਥ ਕਰਾਂਗੇ ਤੇ ਸਾਨੂੰ ਉਹਨਾਂ ਰੂਪਾਂ ਵਿੱਚ ਹੀ ਕਰਨੇ ਪੈਣਗੇ। ਮੇਰੇ ਮਾਲਕ ਜੀ ਨੇ ਅਪਾਰ ਕਿਰਪਾ ਕੀਤੀ, ਕਹਿੰਦੇ ਨਮਸਤੰ ਅਜਾਏ। ਰੱਬ ਜੀ ਤੁਹਾਡੇ ਚਰਨਾਂ 'ਚ ਸਾਡੀ ਨਮਸਕਾਰ ਹੈ, ਕਿਉਂਕਿ ਤੁਹਾਨੂੰ ਕਿਸੇ ਨੇ ਜਨਮ ਨਹੀਂ ਦਿੱਤਾ, ਤੇ ਜਨਮ ਨਹੀਂ ਦਿੱਤਾ। ਗੁਰੂ ਨਾਨਕ ਸਾਹਿਬ ਕਹਿੰਦੇ ਸਹਿਬੰ, ਰੱਬ ਜੀ ਤੁਸੀਂ ਆਪਣੇ ਆਪ ਪ੍ਰਕਾਸ਼ਮਾਨ ਹੋਏ ਹੋ, ਤੁਹਾਨੂੰ ਕਿਸੇ ਔਰਤ ਨੇ ਜਾਂ ਕਿਸੇ ਸਰੀਰ ਨੇ ਤੁਹਾਨੂੰ ਜਨਮ ਨਹੀਂ ਦਿੱਤਾ, ਕਿਸੇ ਇਸਤਰੀ ਨੇ ਪੈਦਾ ਨਹੀਂ ਕੀਤਾ।
ਜਾਂ ਕਿਸੇ ਹੋਰ ਜੀਵ ਨੇ ਤੁਹਾਨੂੰ ਪੈਦਾ ਨਹੀਂ ਕੀਤਾ। ਰੱਬ ਜੀ ਤੁਸੀਂ ਸਾਰਿਆਂ ਤੋਂ ਰਹਿਤ ਹੋ, ਤੁਸੀਂ ਅਜਾਏ ਹੋ, ਤੁਹਾਨੂੰ ਕਿਸੇ ਜਨਮ ਨਹੀਂ, ਤੁਹਾਨੂੰ ਕਿਸੇ ਜਨਮ ਨਹੀਂ ਦਿੱਤਾ, ਤੁਹਾਨੂੰ ਕਿਸੇ ਬਣਾਇਆ ਕੋਈ ਨਹੀਂ, ਤੁਹਾਨੂੰ ਕਿਸੇ ਸਥਾਪਿਤ ਨਹੀਂ ਕੀਤਾ, ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਰਹਿਤ ਹੋ। ਇਸ ਲਈ ਤੁਹਾਡੇ ਚਰਨਾਂ ਵਿੱਚ ਸਾਡੀ ਨਮਸਕਾਰ ਹੈ, ਕਿਉਂਕਿ ਅਕਾਲ ਪੁਰਖ ਪਰਮੇਸ਼ਵਰ ਜੀ ਤੁਸੀਂ ਬਾਕੀ ਜੀਵਾਂ ਵਾਂਗੂ ਕਿਸੇ ਇਸਤਰੀ ਦੀ ਕੁੱਖ ਵਿੱਚੋਂ ਪੈਦਾ ਨਹੀਂ ਹੋਏ। ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ। ਫਿਰ ਕਹਿੰਦੇ ਨਮਸਤੰ ਅਗੰਜੇ। ਅਗੰਜੇ ਦਾ ਭਾਵ ਹੈ ਜਿੰਦੇ ਉੱਤੇ ਕਿਸੇ ਪ੍ਰਕਾਰ ਕੋਈ ਦਾਵਾ ਨਾ ਕੀਤਾ ਜਾ ਸਕਦਾ ਹੋਵੇ, ਜਿਹਨੂੰ ਸੌਖੇ ਜਿਹੇ ਰੂਪ ਚ ਕਵਾਂਗੇ ਅਜਿੱਤ, ਜਿਹਨੂੰ ਜਿੱਤਿਆ ਨਹੀਂ ਜਾ ਸਕਦਾ। ਅੱਜ ਤੱਕ ਰੱਬ ਨੂੰ ਜਿੱਤਣ ਵਾਲੇ ਬੜੇ ਆਏ, ਜਿਨ੍ਹਾਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਵੀ ਸ਼ਾਇਦ ਰੱਬ ਜਿੱਤ ਲਈਏ। ਤੇ ਰੱਬ ਦੇ ਬਾਰੇ ਵਿੱਚ ਜਦੋਂ ਉਹਨਾਂ ਕਈ ਪਰਿਭਾਸ਼ਾਵਾਂ ਦਿੱਤੀਆਂ ਤੇ ਉਹ ਪਰਿਭਾਸ਼ਾਵਾਂ ਦਿੰਦਿਆਂ ਉਹਨਾਂ ਯਤਨ ਵੀ ਬੜੇ ਕੀਤੇ ਵੀ ਸਾਡੀ ਪਰਿਭਾਸ਼ਾ ਅਸੀਂ ਅਖੀਰ ਕਹਿ ਸਕੀਏ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਹਿਤਾ ਨਾ ਅੰਤ ਕਾਰਨ ਕੇਤੇ ਬਿਲ ਲਾਹੇ। ਬੜੇ ਆਏ ਜਿਨ੍ਹਾਂ ਬਹੁਤ ਕੋਸ਼ਿਸ਼ਾਂ ਯਤਨ ਕੀਤੇ। ਧੰਨ ਗੁਰੂ ਕਲਗੀਧਰ ਸਾਹਿਬ ਨੇ ਉਹਨਾਂ ਦੇ ਮਨਾਂ ਦਾ ਫਿਰ ਭੁਲੇਖਾ ਕੱਢਿਆ ਤੇ ਭੁਲੇਖਾ ਕੱਢਦਿਆਂ ਉਹਨਾਂ ਨੂੰ ਸਮਝਾਇਆ, ਉਹ ਦੁਨੀਆ ਦੇ ਲੋਕੋ ਆਪਣੇ ਮਨਾਂ ਵਿੱਚ ਪਾਇਆ ਭੁਲੇਖਾ ਕੱਢ ਦਿਓ, ਕਿਉਂਕਿ ਰੱਬ ਹੈ ਹੀ ਅਗੰਜੇ, ਉਹਨੂੰ ਜਿੱਤਿਆ ਜਾ ਹੀ ਨਹੀਂ ਸਕਦਾ। ਤੁਸੀਂ ਜਿੰਨਾ ਮਰਜ਼ੀ ਯਤਨ ਕਰ ਲਓ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਹੇ ਅਕਾਲ ਪੁਰਖ ਪਰਮੇਸ਼ਵਰ ਜੀ ਤੁਹਾਡੇ ਤੋਂ ਵੱਧ ਕੇ ਕੋਈ ਦੂਜਾ ਹੈ ਹੀ ਨਹੀਂ ਜਿਹੜਾ ਤੁਹਾਨੂੰ ਜਿੱਤ ਸਕਦਾ ਹੋਵੇ। ਹਰ ਇੱਕ ਜੀਵ ਤੁਹਾਡੇ ਤੋਂ ਛੋਟਾ ਹੈ, ਹਰ ਜੀਵ ਤੁਹਾਡਾ ਬਣਾਇਆ ਹੋਇਆ ਤੁਹਾਡੇ ਤੋਂ ਅਧੀਨ ਹੈ, ਤੁਹਾਡੇ ਅਨੁਸਾਰ ਚੱਲਣ ਵਾਲਾ ਹੈ। ਇੱਕ ਵੀ ਜੀਵ ਐਸਾ ਨਹੀਂ ਜਿਹੜਾ ਤੁਹਾਡੇ ਉੱਤੇ ਜਿੱਤ ਹਾਸਲ ਕਰ ਸਕਦਾ ਹੋਵੇ। ਫਿਰ ਕਹਿੰਦੇ ਨਮਸਤੰ ਅਭੰਜੇ। ਭੰਜੇ ਅਸਲ ਲਫ਼ਜ਼ ਹੈ ਭੰਜਣਾ, ਮਤਲਬ ਤੋੜਨਾ, ਜਿਹਨੂੰ ਭੰਨਿਆ ਜਾ ਸਕੇ। ਰੱਬ ਜੀ ਤੁਹਾਡੀ ਹਸਤੀ ਨੂੰ ਅਸੀਂ ਭੰਨ ਵੀ ਨਹੀਂ ਸਕਦੇ। ਦੁਨੀਆ ਦਾ ਕੋਈ ਪਦਾਰਥ ਹੋਵੇ, ਉਹਨੂੰ ਤੋੜਨ ਦੇ ਲਈ, ਉਹਨੂੰ ਭੰਨਣ ਦੇ ਲਈ ਵੀ ਕੋਈ ਨਾ ਕੋਈ ਪਦਾਰਥ ਬਣ ਜਾਂਦਾ ਹੈ। ਰੱਬ ਜੀ ਤੁਸੀਂ ਹੋ ਹੀ ਇੰਨੇ ਵਿਸ਼ਾਲ, ਇੰਨੇ ਵੱਡੇ, ਤੇ ਇਤਨੇ ਵਿਸ਼ਾਲ ਤੇ ਇਤਨੇ ਵੱਡੇ ਹੋ, ਇਤਨੀ ਵਿਸ਼ਾਲਤਾ ਦੇ ਪ੍ਰਤੀਕ ਹੋ। ਅੱਜ ਤੱਕ ਦੁਨੀਆ ਤੇ ਕੋਈ ਐਸਾ ਪਦਾਰਥ ਨਹੀਂ ਬਣਿਆ ਜਿਹੜਾ ਤੁਹਾਨੂੰ ਤੋੜ ਸਕਦਾ ਹੋਵੇ। ਨਮਸਤੰ ਅਭੰਜੇ। ਰੱਬ ਜੀ ਤੁਹਾਨੂੰ ਤੋੜਿਆ ਨਹੀਂ ਜਾ ਸਕਦਾ। ਤੁਹਾਡੇ ਚਰਨਾਂ ਵਿੱਚ ਸਾਡੀ ਨਮਸਕਾਰ ਹੈ, ਕਿਉਂਕਿ ਤੁਹਾਨੂੰ ਅਸੀਂ ਭੰਨ ਨਹੀਂ ਸਕਦੇ, ਤੁਹਾਨੂੰ ਤੋੜ ਨਹੀਂ ਸਕਦੇ, ਕਿਸੇ ਪ੍ਰਕਾਰ ਵੀ ਤੁਹਾਨੂੰ ਜਿਹੜਾ ਉਹ ਨੁਕਸਾਨ ਨਹੀਂ ਪਹੁੰਚਾਇਆ ਜਾ ਸਕਦਾ ਤੁਹਾਡੇ ਚਰਨਾਂ ਵਿੱਚ। ਇਸ ਲਈ ਸਾਡੀ ਨਮਸਕਾਰ ਹੈ। ਨਮਸਤੰ ਅਨਾਮੇ ਨਮਸਤੰ ਅਠਾਮੇ। ਨਾਮ ਕੋਈ ਖਾਸ। ਗੁਰੂ ਕਲਗੀਧਰ ਸਾਹਿਬ ਕਹਿੰਦੇ ਰੱਬ ਜੀ ਜਿਹੜੇ ਮਰਜ਼ੀ ਨਾਮ ਨਾਲ ਸੱਦ ਲਈਏ ਤੂੰ ਉਸੇ ਨਾਲ ਹੀ ਆ ਜਾਂਦਾ। ਰੱਬ ਨੂੰ ਆਵਾਜ਼ ਮਾਰਨ ਲੱਗਿਆ ਇਹ ਨਹੀਂ ਵੀ ਹੁਣ ਅਸੀਂ ਕੋਈ ਖਾਸ ਨਾਮ ਦਾ ਜ਼ਿਕਰ ਕਰਾਂਗੇ ਤੇ ਰੱਬ ਮਿਲੇਗਾ। ਜਦੋਂ ਖਾਸ ਨਾਮਾਂ ਦਾ ਜ਼ਿਕਰ ਆਇਆ ਨਾ ਤੇ ਸਤਿਗੁਰੂ ਜੀ ਨੇ ਬਾਣੀ 'ਚ ਇੱਕ ਜ਼ਿਕਰ ਕੀਤਾ। ਮਾਲਕ ਕਹਿੰਦੇ ਨਾਮ ਲੈਣ ਵਾਲਿਆਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਵੀ ਸ਼ਾਇਦ ਰੱਬ ਮਿਲ ਜਾਏ, ਪਰ ਹੋਇਆ ਕਿ ਉਹ ਅਕਾਲ ਪੁਰਖ ਪਰਮੇਸ਼ਵਰ ਖਾਸ ਨਾਮ ਦੇ ਨਾਲ ਨਹੀਂ ਰੀਝਿਆ। ਆਖਣ ਵਾਲਿਆਂ ਨੇ ਬੜਾ ਆਖਿਆ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ ਕੋਈ ਅਲਾਏ। ਪਰ ਅੱਗੇ ਜਦੋਂ ਸਾਹਿਬ ਜੀ ਦਰਸਾਉਂਦੇ ਨੇ ਤੇ ਮਾਲਕ ਕਹਿੰਦੇ ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ। ਰੱਬ ਜੀ ਤੁਸੀਂ ਕਿਰਪਾ ਧਾਰਨ ਵਾਲੇ ਹੋ। ਜਿਹੜਾ ਤੁਹਾਨੂੰ ਗਾਉਂਦਾ ਹੋਇਆ ਤੁਹਾਡੇ ਵਿੱਚ ਸਮਾ ਜਾਂਦਾ ਹੈ, ਉਹ ਸਮਾਉਣ ਵਾਲੇ ਉੱਤੇ ਤੁਸੀਂ ਆਪ ਕਿਰਪਾ ਧਾਰ ਦਿੰਦੇ ਹੋ। ਤੁਸੀਂ ਕਿਰਪਾਲੂ ਹੋ, ਦਇਆਲੂ ਹੋ। ਤੁਹਾਡਾ ਕੋਈ ਖਾਸ ਨਾਮ ਨਹੀਂ ਹੈ, ਤੁਸੀਂ ਨਾਮ ਤੋਂ ਰਹਿਤ ਹੋ। ਰੱਬ ਜੀ ਤੁਹਾਡੇ ਚਰਨਾਂ ਵਿੱਚ ਸਾਡੀ ਨਮਸਕਾਰ ਹੈ, ਤੁਹਾਡੇ ਚਰਨਾਂ ਵਿੱਚ ਸਾਡੀ ਬੰਦਨਾ ਹੈ, ਕਿਉਂਕਿ ਤੁਸੀਂ ਨਾਮਾਂ ਤੋਂ ਰਹਿਤ ਹੋ। ਇੱਕ ਵੀ ਤੁਹਾਡਾ ਐਸਾ ਨਾਮ ਨਹੀਂ ਜਿਹਨੂੰ ਖਾਸ ਕਹਿ ਕੇ ਅਸੀਂ ਸੰਬੋਧਨ ਕਰ ਸਕਦੇ ਹੋਈਏ। ਤੇ ਨਾਲ ਆਖਿਆ ਅਠਾਮੇ। ਰੱਬ ਜੀ ਠਾਮ ਤੋਂ ਭਾਵ ਹੁੰਦਾ ਟਿਕਾਣਾ, ਸਥਾਨ। ਕਿਹੜੇ ਥਾਂ ਦੀ ਗੱਲ ਕਰਾਂਗੇ ਰੱਬ ਜੀ ਜਿਹੜਾ ਤੁਹਾਡਾ ਖਾਸ ਹੋਏਗਾ?
ਜਿਸ ਪਾਸੇ ਮਰਜ਼ੀ ਝਾਤ ਮਾਰ ਲਈਏ ਰੱਬ ਜੀ ਤੁਸੀਂ ਉੱਥੇ ਹੀ ਬੈਠੇ ਹੋ। ਕੋਈ ਹੈ ਦੁਨੀਆ ਉੱਤੇ ਐਸਾ ਕਿਣਕਾ ਜਿੱਥੇ ਰੱਬ ਨਾ ਹੋਵੇ? ਤੇ ਕਿਹੜੀ ਥਾਂ ਵੱਲ, ਕਿਹੜੇ ਪਦਾਰਥ ਵੱਲ, ਕਿਸ ਵਸਤੂ ਵੱਲ, ਕਿਸ ਜਗ੍ਹਾ ਵੱਲ ਹੱਥ ਕਰਕੇ ਕਵਾਂਗੇ ਰੱਬਾ ਆਹੋ ਤੇਰਾ ਖਾਸ ਟਿਕਾਣਾ ਹੈ? ਕੋਈ ਵੀ ਨਹੀਂ। ਜਿਸ ਪਾਸੇ ਮਰਜ਼ੀ ਹੱਥ ਕਰਕੇ ਕਹਿ ਦਈਏ ਜਾਂ ਜਿਸ ਪਾਸੇ ਮਰਜ਼ੀ ਇਸ਼ਾਰਾ ਕਰਕੇ ਕਹਿ ਦਈਏ ਰੱਬ ਜੀ ਤੁਸੀਂ ਇੱਥੇ ਵੀ ਬੈਠੇ ਹੋ, ਤੇ ਕੋਈ ਅੱਤ ਕਥਨੀ ਨਹੀਂ ਹੈ। ਜੇ ਆਪਾਂ ਕਿਸੇ ਵਸਤੂ ਵੱਲ ਅੱਤ ਕਰਕੇ ਕਵਾਂਗੇ ਤਾਂ ਵੀ ਰੱਬ ਦਾ ਟਿਕਾਣਾ, ਕਿਸੇ ਜੀਵ ਵੱਲ ਹੱਥ ਕਰਕੇ ਕਵਾਂਗੇ ਤਾਂ ਵੀ ਰੱਬ ਦਾ ਟਿਕਾਣਾ, ਬਨਸਪਤੀ ਪੇੜ ਪੌਦਿਆਂ ਵੱਲ ਹੱਥ ਕਰਕੇ ਆਖਾਂਗੇ ਤਾਂ ਵੀ ਰੱਬ ਦਾ ਟਿਕਾਣਾ। ਕੋਈ ਐਸਾ ਥਾਂ ਨਹੀਂ ਹੈ ਜਿਸ ਜਗ੍ਹਾ ਉੱਤੇ ਪਰਮੇਸ਼ਵਰ ਨਾ ਹੋਵੇ। ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਰੱਬ ਜੀ ਤੁਹਾਡੇ ਚਰਨਾਂ 'ਚ ਨਮਸਕਾਰ ਹੈ, ਕਿਉਂਕਿ ਤੁਹਾਡਾ ਕੋਈ ਖਾਸ ਥਾਂ ਨਹੀਂ ਹੈ। ਅਸੀਂ ਜਿਸ ਪਾਸੇ ਵੀ ਝਾਤ ਮਾਰਾਂਗੇ ਸਾਨੂੰ ਤੁਸੀਂ ਹੀ ਨਜ਼ਰ ਆਓਗੇ। ਜਿਹਨੂੰ ਸਤਿਗੁਰੂ ਦੀ ਬਾਣੀ 'ਚ ਕਹਿ ਦਿੰਦੇ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਸਤਿਗੁਰੂ ਜਿਹਨੂੰ ਕਹਿ ਦਿੰਦੇ ਤੂੰ ਸਭਨੀ ਥਾਈ ਜਿੱਥੈ ਹਉ ਜਾਈ ਸਾਚਾ ਸਿਰਜਣ ਹਾਰ ਜੀਓ। ਜਿਹਨੂੰ ਮਾਲਕ ਜੀ ਨੇ ਬਾਣੀ ਵਿੱਚ ਆਖਦਿਆਂ ਆਖਿਆ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਨਮਸਤੰ ਅਠਾਮੇ ਰੱਬ ਜੀ ਤੁਹਾਡੇ ਚਰਨਾਂ 'ਚ ਨਮਸਕਾਰ ਹੈ, ਕਿਉਂਕਿ ਤੁਹਾਡਾ ਕੋਈ ਖਾਸ ਠਾਮ ਨਹੀਂ ਹੈ, ਤੁਹਾਡਾ ਕੋਈ ਖਾਸ ਟਿਕਾਣਾ ਨਹੀਂ, ਤੁਸੀਂ ਥਾਵਾਂ ਤੋਂ ਰਹਿਤ ਹੋ। ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਧਾਮੰ। ਫਿਰ ਗੁਰੂ ਕਲਗੀਧਰ ਸਾਹਿਬ ਨੇ ਕਿਰਪਾ ਕੀਤੀ, ਤਵੱਜੋ ਦੇ ਕੇ ਸਮਝਿਓ, ਸੰਸਾਰਕ ਜੀਵ ਆ ਤੇ ਸਾਡੀ ਨਾ ਸੋਚ ਵੀ ਸੰਸਾਰੀ ਹੈ। ਇਹਦੇ 'ਚ ਕੋਈ ਅੱਤ ਕਥਨੀ ਨਹੀਂ ਹੈ। ਜੇ ਰੱਬ ਨੇ ਸੰਸਾਰਕ ਜੀਵ ਬਣਾਇਆ ਤੇ ਉਹਨੇ ਸੋਚ ਵੀ ਸਾਨੂੰ ਸੰਸਾਰਕ ਹੀ ਦੇ ਕੇ ਨਵਾਜਿਆ। ਅਸੀਂ ਨਾ ਜਿਵੇਂ ਸੰਸਾਰਕ ਜੀਵਨ ਗੁਜ਼ਾਰਿਆ ਉਸੇ ਨਜ਼ਰੀਏ ਨਾਲ ਹੀ ਅਸੀਂ ਰੱਬ ਨੂੰ ਵੇਖਿਆ। ਤੇ ਸੰਸਾਰਕ ਮਨੁੱਖਾਂ ਨੂੰ ਖੁਸ਼ ਕਰਨ ਦੇ ਲਈ ਨਾ ਅਸੀਂ ਕੋਈ ਨਾ ਕੋਈ ਖਾਸ ਕਰਮ ਜਿਹੜਾ ਨਾ ਉਹ ਨਿਯੁਕਤ ਕੀਤਾ ਵੀ ਜੇ ਮੈਂ ਆਹ ਕੰਮ ਕਰਾਂ ਤੇ ਆਹ ਬੰਦਾ ਪ੍ਰਸੰਨ ਹੋ ਜਾਏਗਾ। ਇਹ ਸੰਸਾਰਕ ਬਿਰਤੀ ਹੈ ਕਿ ਅਸੀਂ ਸੰਸਾਰਕ ਤੌਰ ਉੱਤੇ ਜੀਵਾਂ ਨੂੰ ਖੁਸ਼ ਕਰਨ ਦੇ ਵਾਸਤੇ ਖਾਸ ਕਰਮ ਨਿਯੁਕਤ ਕਰ ਲਏ ਤੇ ਉਹ ਖਾਸ ਕਰਮ ਨਿਯੁਕਤ ਕਰਕੇ ਅਸੀਂ ਇਸ ਆਧਾਰ ਤੇ ਅਸੀਂ ਇੱਥੋਂ ਤੱਕ ਜਿਹੜਾ ਉਹ ਪਹੁੰਚੇ ਵੀ ਜੇ ਮੈਂ ਆਹ ਕਰਮ ਕਰਾਂ ਤੇ ਆਹ ਬੰਦਾ ਮੇਰੇ ਤੇ ਰੀਝ ਜਾਏਗਾ, ਜੇ ਮੈਂ ਆਹ ਕੰਮ ਕੀਤਾ ਤੇ ਦੂਸਰੇ ਬੰਦੇ ਨੇ ਪ੍ਰਸੰਨ ਹੋ ਜਾਣਾ, ਜੇ ਮੈਂ ਤੀਸਰਾ ਕਰਮ ਕਰਦਾ ਤੇ ਤੀਜਾ ਬੰਦਾ ਮੇਰੇ ਤੇ ਪ੍ਰਸੰਨ ਹੋ ਜਾਏਗਾ। ਧੰਨ ਗੁਰੂ ਕਲਗੀਧਰ ਸਾਹਿਬ ਕਹਿੰਦੇ ਰੱਬ ਜੀ ਤੁਹਾਡੇ ਚਰਨਾਂ 'ਚ ਨਮਸਕਾਰ ਹੈ, ਕਿਉਂਕਿ ਤੁਸੀਂ ਅਕਰਮੰ ਹੋ। ਮੈਂ ਖਾਸ ਕੰਮ ਕਰਕੇ ਕੋਈ ਤੁਹਾਨੂੰ ਰਿਝਾ ਨਹੀਂ ਸਕਦਾ। ਜੇ ਮੈਂ ਇਹ ਕਵਾਂਗਾ ਨਾ ਵੀ ਮੈਂ ਆਹ ਕੰਮ ਕਰਾਂਗਾ ਤੇ ਰੱਬ ਨੇ ਮੇਰੇ ਤੇ ਪ੍ਰਸੰਨ ਹੋਣਾ, ਕੋਈ ਦਾਅਵਾ ਨਹੀਂ ਹੈ, ਕਿਉਂਕਿ ਰੱਬ ਕਰਮਾਂ ਦੇ ਬੰਧਨਾਂ ਤੋਂ ਰਹਿਤ ਹੈ। ਉਹਨੂੰ ਕਿਸੇ ਪ੍ਰਕਾਰ ਵੀ ਕਰਮਾਂ ਦੇ ਬੰਧਨਾਂ ਵਿੱਚ ਲਿਆਂਦਾ ਨਹੀਂ ਜਾ ਸਕਦਾ। ਮੈਂ ਜਿਹੜਾ ਵੀ ਕਰਮ ਕਰਾਂ ਬਸ ਇੱਕ ਖਿਆਲ ਰੱਖ ਕੇ ਕਰੀਏ ਕਿ ਮੇਰਾ ਕਰਮ ਇਨਸਾਨੀਅਤ ਦੇ ਆਧਾਰ ਉੱਤੇ ਹੋਵੇ। ਜਦੋਂ ਇਨਸਾਨੀਅਤ ਦੇ ਆਧਾਰ ਉੱਤੇ ਕਰਮ ਹੋਏਗਾ ਰੱਬ ਆਪੇ ਪ੍ਰਸੰਨ ਹੋ ਜਾਂਦਾ। ਜੇ ਮੈਂ ਇਹ ਕਵਾਂ ਕਿ ਆਹ ਖਾਸ ਕੰਮ ਕਰਾਂਗਾ ਤੇ ਰੱਬ ਪ੍ਰਸੰਨ ਹੋਏਗਾ, ਕਦੇ ਵੀ ਨਹੀਂ। ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਵਾਹਿਗੁਰੂ ਜੀ ਤੈਨੂੰ ਨਮਸਕਾਰ ਹੈ ਸਾਡੀ, ਕਿਉਂਕਿ ਤੁਸੀਂ ਬੰਧਨਾਂ ਕਰਮਾਂ ਦੇ ਬੰਧਨਾਂ ਤੋਂ ਪਰੇ ਹੋ। ਕਿਸੇ ਪ੍ਰਕਾਰ ਵੀ ਤੁਹਾਡੇ ਉੱਤੇ ਕਰਮਾਂ ਦਾ ਬੰਧਨ ਜਿਹੜਾ ਉਹ ਨਹੀਂ ਪੈਂਦਾ। ਤੁਹਾਨੂੰ ਕੋਈ ਖਾਸ ਕਰਮ ਕਰਕੇ ਜਾਂ ਖਾਸ ਕੰਮ ਕਰਕੇ ਸਤਿਗੁਰੂ ਜੀ ਤੁਹਾਨੂੰ ਨਹੀਂ ਰਝਾਇਆ ਜਾ ਸਕਦਾ। ਤੁਸੀਂ ਹਰ ਇੱਕ ਕਰਮਾਂ ਦੇ ਬੰਧਨਾਂ ਤੋਂ ਰਹਿਤ ਹੋ। ਨਮਸਤੰ ਅਕਰਮੰ, ਫਿਰ ਕਹਿੰਦੇ ਨਮਸਤੰ ਅਧਰਮੰ। ਹੁਣ ਜਦੋਂ ਅਧਰਮ ਦੀ ਗੱਲ ਆਈ ਤੇ ਮਾਲਕ ਜੀ ਕਹਿੰਦੇ ਜਿਸ ਵਿੱਚ ਤੱਤਾਂ ਦੇ ਗੁਣਾਂ ਦੀ ਆਵਾਜ਼ ਹੋਵੇ, ਕੋਈ ਸ਼ੋਅ ਹੋਵੇ, ਉਹਨੂੰ ਕਿਹਾ ਜਾਂਦਾ ਧਰਮ। ਤੇ ਮਾਲਕ ਜੀ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਰਹਿਤ ਹੋ। ਤੁਹਾਡਾ ਸੁਭਾਅ, ਤੁਹਾਡਾ ਕੋਈ ਗੁਣ, ਤੁਹਾਡਾ ਕੋਈ ਖਾਸ ਨਾਮ, ਤੁਹਾਡਾ ਕੋਈ ਖਾਸ ਤੱਤ ਕਿਸੇ ਨੂੰ ਵੀ ਜਾਣਿਆ ਨਹੀਂ ਜਾ ਸਕਦਾ। ਇਸ ਕਰਕੇ ਤੁਹਾਡੇ ਚਰਨਾਂ ਵਿੱਚ ਨਮਸਕਾਰ ਹੈ। ਫਿਰ ਨਮਸਤੰ ਅਨਾਮੰ, ਅਨਾਮੰ ਤੋਂ ਭਾਵ ਉਸੇ ਤਰ੍ਹਾਂ ਜਿਹਦਾ ਕੋਈ ਖਾਸ
ਨਾਮ ਨਹੀਂ। ਰੱਬ ਜੀ ਤੁਹਾਡੇ ਚਰਨਾਂ ਵਿੱਚ ਸਾਡੀ ਨਮਸਕਾਰ ਹੈ, ਕਿਉਂਕਿ ਤੁਹਾਨੂੰ ਖਾਸ ਨਾਮ ਨਾਲ ਨਹੀਂ ਜਾਣਿਆ ਜਾਂਦਾ। ਨਮਸਤੰ ਅਧਾਮੰ, ਧਾਮ ਤੋਂ ਭਾਵ ਹੁੰਦਾ ਘਰ। ਰੱਬ ਜੀ ਤੁਹਾਡੇ ਚਰਨਾਂ ਵਿੱਚ ਸਾਡੀ ਨਮਸਕਾਰ ਹੈ, ਕਿਉਂਕਿ ਤੁਹਾਡਾ ਕੋਈ ਖਾਸ ਘਰ ਨਹੀਂ ਹੈ। ਤੁਸੀਂ ਸਾਰੀਆਂ ਘਟਾਵਾਂ ਤੇ ਕਣਾਂ ਦੇ ਵਿੱਚ ਵਸੇ ਹੋਏ ਹੋ। ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਵਾਹੇ ਨਮਸਤੰ ਅਡਾਹੇ। ਫਿਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨਮਸਤੰ ਅਜੀਤੇ। ਅਸਲ ਵਿੱਚ ਲਫ਼ਜ਼ ਕੀ ਹੈ? ਅਜਿੱਤ, ਜਿਹਨੂੰ ਜਿੱਤਿਆ ਨਾ ਜਾ ਸਕੇ। ਰੱਬ ਜੀ ਤੈਨੂੰ ਨਮਸਕਾਰ ਹੈ। ਦੁਨੀਆ ਦੀ ਕੋਈ ਤਾਕਤ ਨਹੀਂ ਐਸੀ ਜਿਹੜੀ ਤੈਨੂੰ ਜਿੱਤ ਸਕਦੀ ਹੋਵੇ। ਤਾਕਤ ਤੇ ਉਹੀ ਜਿੱਤੇਗੀ ਨਾ ਜਿਹੜੀ ਵੱਡੀ ਹੋਏਗੀ। ਜਿਹੜੀ ਤਾਕਤ ਨੂੰ ਬਣਾਉਣ ਵਾਲਾ ਉਹ ਆਪ ਹੈ, ਉਹ ਤਾਕਤ ਉਹਦੇ ਤੋਂ ਕਿਵੇਂ ਜਿੱਤ ਸਕਦੀ ਹੈ? ਜੇ ਆਪਾਂ ਕੋਈ ਵਸਤੂ ਬਣਾਈਏ, ਕੋਈ ਪਦਾਰਥ ਬਣਾਈਏ, ਤੇ ਉਹ ਪਦਾਰਥ ਸਾਡੇ ਉੱਤੇ ਹਾਵੀ ਨਹੀਂ ਹੋ ਸਕਦਾ। ਕਿਉਂ? ਸਾਨੂੰ ਪਤਾ ਅਸੀਂ ਕਿਵੇਂ ਬਣਾਇਆ, ਜਿਵੇਂ ਚਾਹਾਂਗੇ ਉਵੇਂ ਢਾ ਦੇਵਾਂਗੇ। ਰੱਬ ਜੀ ਤੁਸੀਂ ਜਿੰਨੀਆਂ ਵੀ ਸਾਰੀਆਂ ਸੰਸਾਰ ਉੱਤੇ ਤਾਕਤਾਂ ਨੇ, ਉਹਨਾਂ ਨੂੰ ਤੁਸੀਂ ਬਣਾਉਣ ਵਾਲੇ ਹੋ, ਪਰ ਇੱਕ ਵੀ ਤਾਕਤ ਐਸੀ ਨਹੀਂ ਹੈ ਜਿਹੜੀ ਤੁਹਾਨੂੰ ਜਿੱਤ ਸਕਦੀ ਹੋਵੇ। ਹਰ ਇੱਕ ਤਾਕਤ ਆਪ ਜੀ ਦੇ ਅਧੀਨ ਹੈ। ਕੋਈ ਐਸੀ ਤਾਕਤ ਨਹੀਂ ਜਿਹਦੇ ਅਧੀਨ ਆਪ ਹੋ ਜਾਵੋ। ਰੱਬ ਜੀ ਤੁਸੀਂ ਅਜਿੱਤ ਹੋ, ਤੁਹਾਨੂੰ ਕਿਸੇ ਪ੍ਰਕਾਰ ਜਿੱਤਿਆ ਨਹੀਂ ਜਾ ਸਕਦਾ। ਤੈਨੂੰ ਨਮਸਕਾਰ ਹੈ ਸਾਡੀ ਅਕਾਲ ਪੁਰਖ ਪਰਮੇਸ਼ਵਰ ਜੀ, ਕਿਉਂਕਿ ਤੈਨੂੰ ਨਾ ਕੋਈ ਜਿੱਤ ਸਕਦਾ ਤੇ ਨਾ ਹੀ ਤੈਨੂੰ ਅੱਜ ਤੱਕ ਕਿਸੇ ਨੇ ਜਿੱਤਿਆ ਹੈ। ਫਿਰ ਕਹਿੰਦੇ ਅਪੀਤੇ, ਨਮਸਤੰ ਅਪੀਤੇ। ਅਪੀਤੇ ਤੋਂ ਭਾਵ ਹੈ ਭੈਭੀਤ ਹੋ ਜਾਣਾ। ਰੱਬ ਜੀ ਤੁਹਾਡੇ ਚਰਨਾਂ 'ਚ ਸਾਡੀ ਨਮਸਕਾਰ ਹੈ, ਕਿਉਂਕਿ ਅੱਜ ਤੱਕ ਤੈਨੂੰ ਡਰਾ ਵੀ ਕੋਈ ਨਹੀਂ ਸਕਿਆ। ਕੌਣ ਹੈ ਜਿਹੜਾ ਤੈਨੂੰ ਭੈ ਦੇ ਸਕਿਆ ਹੈ? ਕਿਹੜਾ ਹੈ ਜਿਹੜਾ ਤੁਹਾਡੇ ਮਨ ਅੰਦਰ ਖੌਫ ਪੈਦਾ ਕਰ ਸਕਿਆ? ਦੁਨੀਆ ਤੇ ਜਿੰਨੇ ਜੀਵ ਨੇ ਉਹਨਾਂ ਸਾਰਿਆਂ ਦੇ ਮਨ ਵਿੱਚ ਰੱਬ ਦਾ ਖੌਫ ਹੈ, ਪਰ ਇੱਕ ਵੀ ਜੀਵ ਐਸਾ ਨਹੀਂ ਜਿਹਨੂੰ ਲੈ ਕੇ ਰੱਬ ਦੇ ਮਨ ਵਿੱਚ ਖੌਫ ਹੋਵੇ। ਅੱਜ ਆਪਾਂ ਭਾਵੇਂ ਰੱਬ ਨੂੰ ਮੰਨਣ ਵਾਲੇ ਹਾਂ ਤੇ ਭਾਵੇਂ ਨਹੀਂ। ਕਈ ਜੀਵ ਐਸੇ ਨੇ ਜਿਹੜੇ ਰੱਬ ਨੂੰ ਮੰਨਦੇ ਤੇ ਕਈ ਨਹੀਂ ਮੰਨਦੇ, ਪਰ ਚੇਤੇ ਰੱਖੀਏ ਜਿਹੜੇ ਮੰਨਣ ਵਾਲੇ ਨੇ ਉਹਨਾਂ ਦੇ ਮਨਾਂ ਵਿੱਚ ਇੱਕ ਡਰ ਹੈ। ਰੱਬ ਵੇਖ ਰਿਹਾ ਹੈ। ਉਹ ਰੱਬ ਵੇਖ ਰਿਹਾ ਵਾਲਾ ਜਿਹੜਾ ਡਰ ਹੈ ਨਾ, ਉਹ ਡਰ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਸਾਰੇ ਰੱਬ ਦੇ ਭੈ ਵਿੱਚ ਹਾਂ। ਪਰ ਰੱਬ ਕਦੇ ਇਹ ਨਹੀਂ ਕਹਿੰਦਾ ਜੀਵ ਮੈਨੂੰ ਵੇਖ ਰਹੇ ਨੇ। ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ ਨਾ, ਉਹ ਵੇਖੈ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਿਡਾਣ। ਉਹ ਪਰਮੇਸ਼ਵਰ ਸਾਰਿਆਂ ਦੇ ਸਿਰ ਉੱਤੇ ਬੈਠਾ ਸਾਰਿਆਂ ਨੂੰ ਵੇਖ ਰਿਹਾ। ਉਹਨੂੰ ਕੋਈ ਡਰਾ ਨਹੀਂ ਸਕਦਾ, ਉਹ ਕਿਸੇ ਤੋਂ ਭੈ ਭੀਤ ਨਹੀਂ ਹੁੰਦਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਰੱਬ ਜੀ ਤੁਹਾਡੇ ਚਰਨਾਂ 'ਚ ਨਮਸਕਾਰ ਹੈ, ਕਿਉਂਕਿ ਤੁਹਾਨੂੰ ਡਰਾਇਆ ਕਿਸੇ ਨਹੀਂ ਅੱਜ ਤੱਕ, ਤੇ ਨਾ ਹੀ ਤੁਸੀਂ ਕਿਸੇ ਕੋਲੋਂ ਡਰਦੇ ਹੋ ਤੇ ਨਾ ਹੀ ਕੋਈ ਤੁਹਾਨੂੰ ਡਰਾ ਸਕਦਾ ਹੈ। ਫਿਰ ਕਹਿੰਦੇ ਨਮਸਤੰ ਅਬਾਹੇ। ਅਬਾਹੇ ਤੋਂ ਭਾਵ ਜਿਹਨੂੰ ਹਿਲਾਇਆ ਨਾ ਜਾ ਸਕੇ, ਡੁਲਾਇਆ ਨਾ ਜਾ ਸਕੇ। ਰੱਬ ਜੀ ਤੁਹਾਡੇ ਪ੍ਰਤੀ ਤੇ ਬਾਣੀ ਨੇ ਸਾਨੂੰ ਇਹ ਸਮਝਾਇਆ ਕਿ ਡੰਡੌਤ ਬੰਧਨ ਅਨੇਕ ਵਾਰ ਸਰਬ ਕਲਾ ਸਮਰੱਥ, ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਰੱਬ ਜੀ ਤੁਹਾਡੇ ਪ੍ਰਤੀ ਤੇ ਇਹ ਆਖਿਆ ਜਾਂਦਾ ਹੈ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਦੇ, ਰੱਖ ਲੀਨੀ ਹਰ ਮੇਰੀ। ਰੱਬ ਜੀ ਤੁਸੀਂ ਡੋਲਦਿਆਂ ਨੂੰ ਸਹਾਰਾ ਦੇਣ ਵਾਲੇ ਹੋ, ਤੁਸੀਂ ਡੋਲਦਿਆਂ ਨੂੰ ਆਸਰਾ ਦੇਣ ਵਾਲੇ ਹੋ, ਤੇ ਆਪ ਅਡੋਲ ਹੋ ਤੁਸੀਂ। ਇਸ ਕਰਕੇ ਤੁਹਾਡੇ ਚਰਨਾਂ 'ਚ ਸਾਡੀ ਨਮਸਕਾਰ ਹੈ, ਕਿਉਂਕਿ ਤੁਹਾਨੂੰ ਹਿਲਾਇਆ ਵੀ ਨਹੀਂ ਜਾ ਸਕਦਾ। ਫਿਰ ਅਢਾਹੇ, ਜਿਹਨੂੰ ਢਾਇਆ ਨਾ ਜਾ ਸਕੇ, ਜਿਹਨੂੰ ਡੇਗਿਆ ਨਾ ਜਾ ਸਕੇ। ਰੱਬ ਜੀ ਤੁਹਾਡੀ ਹਸਤੀ ਐਸੀ ਹੈ ਕਿ ਤੁਹਾਨੂੰ ਡੇਗ ਵੀ ਕੋਈ ਨਹੀਂ ਸਕਦਾ, ਤੁਹਾਨੂੰ ਢਾ ਵੀ ਕੋਈ ਨਹੀਂ ਸਕਦਾ। ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਧੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਰੱਬ ਦੇ ਅਗਲੇ ਗੁਣਾਂ ਦਾ ਜ਼ਿਕਰ ਕੀਤਾ। ਜਪਜੀ ਵਿੱਚ ਆਪਾਂ ਪੜ੍ਹ ਕੇ ਆਏ ਸਾਂ ਆਦ ਅਨੀਲ ਅਨਾਦ ਅਨਾਹਤ। ਇੱਥੇ ਗੁਰੂ ਸਾਹਿਬ ਨੇ ਦੋ ਸ਼ਬਦ ਵਰਤੇ, ਅਨੀਲ ਤੇ ਅਨਾਦ। ਨਮਸਤੰ ਅਨੀਲੇ। ਅਨੀਲੇ ਤੋਂ ਭਾਵ ਜਿਹੜਾ ਸ਼ੁੱਧ ਸਰੂਪ ਹੈ, ਰੂਪ ਤੋਂ ਰਹਿਤ, ਰੰਗ ਤੋਂ ਰਹਿਤ, ਜਿਹਦਾ ਕੋਈ ਖਾਸ ਨਹੀਂ। ਅਨਾਦੇ, ਜਿਹਦਾ ਕੋਈ ਮੁੱਢ ਨਹੀਂ ਹੈ, ਜਿਹਦਾ ਕੋਈ
ਨਾਦ ਨਹੀਂ ਹੈ, ਮਤਲਬ ਸ਼ੁਰੂਆਤ ਨਹੀਂ ਹੈ ਜਿਹਦੀ ਕੋਈ ਅੱਜ ਤੱਕ ਨਹੀਂ ਸਮਝ ਸਕਿਆ ਰੱਬ ਦਾ ਮੂਲ, ਰੱਬ ਦਾ ਮੁੱਢ ਕੀ ਹੈ। ਕੌਣ ਸਮਝ ਸਕਿਆ? ਕੋਈ ਵੀ ਨਹੀਂ। ਧੰਨ ਗੁਰੂ ਕਲਗੀਧਰ ਸਾਹਿਬ ਕਹਿੰਦੇ, ਹੇ ਵਾਹਿਗੁਰੂ ਜੀ ਤੈਨੂੰ ਨਮਸਕਾਰ ਹੈ, ਕਿਉਂਕਿ ਤੁਸੀਂ ਰੂਪ ਰੰਗ ਤੋਂ ਰਹਿਤ ਹੋ, ਸ਼ੁੱਧ ਸਰੂਪ ਹੈ ਤੇਰਾ, ਤੁਹਾਡਾ ਕੋਈ ਮੁੱਢ ਨਹੀਂ ਹੈ, ਜਾਂ ਕੋਈ ਇਹ ਨਹੀਂ ਦੱਸ ਸਕਿਆ ਕਿ ਤੁਹਾਡੀ ਹੋਂਦ ਕਦੋਂ ਹੋਈ ਹੈ, ਤੁਸੀਂ ਕਦੋਂ ਆਏ ਹੋ, ਕਦੋਂ ਬਣੇ ਹੋ। ਨਮਸਤੰ ਅਛੇਦੇ, ਛੇਦੇ ਤੋਂ ਭਾਵ ਛੇਦਣਾ, ਟੋਟੇ ਟੋਟੇ ਕਰਨਾ, ਟੁਕੜੇ ਟੁਕੜੇ ਕਰਨਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਆਖਦੇ, ਹੇ ਪਰਮੇਸ਼ਵਰ ਜੀ ਤੁਹਾਨੂੰ ਟੁਕੜੇ ਟੁਕੜੇ ਵੀ ਨਹੀਂ ਕੀਤਾ ਜਾ ਸਕਦਾ, ਛੇਦਿਆ ਨਹੀਂ ਜਾ ਸਕਦਾ। ਤੁਹਾਡੇ ਚਰਨਾਂ 'ਚ ਸਾਡੀ ਨਮਸਕਾਰ ਹੈ। ਨਮਸਤੰ ਅਗਾਧੇ, ਜਿਸ ਦੀ ਥਾਂ, ਜਿਸ ਦੀ ਡੂੰਘਾਈ ਨੂੰ ਨਾ ਲੱਭਿਆ ਜਾ ਸਕੇ, ਗਾਹ ਨੂੰ ਜਿਹਦੇ ਨੂੰ ਨਾ ਲੱਭਿਆ ਜਾ ਸਕੇ, ਰੱਬ ਜੀ ਤੁਹਾਡੇ ਚਰਨਾਂ 'ਚ ਨਮਸਕਾਰ ਹੈ, ਕਿਉਂਕਿ ਤੁਹਾਡੀ ਡੂੰਘਾਈ ਅੱਜ ਤੱਕ ਕੋਈ ਨਹੀਂ ਮਾਪ ਸਕਿਆ। ਤੁਹਾਡੇ ਪ੍ਰਤੀ ਤੇ ਇਹ ਹੀ ਹੈ ਕਿ ਅਕਾਲ ਪੁਰਖ ਪਰਮੇਸ਼ਵਰ ਜੀ ਤੁਸੀਂ ਗਹਿਰ ਵੀ ਹੋ, ਗੰਭੀਰ ਵੀ ਹੋ, ਤੇ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ। ਕਿਸੇ ਪ੍ਰਕਾਰ ਵੀ ਤੁਹਾਨੂੰ ਕੋਈ ਸਮਝ ਨਹੀਂ ਸਕਿਆ, ਕੋਈ ਜਾਣ ਨਹੀਂ ਸਕਿਆ। ਤੁਸੀਂ ਅਗਾਧੇ ਹੋ, ਗਹਿਰ ਹੋ, ਗੰਭੀਰ ਹੋ। ਅਕਾਲ ਪੁਰਖ ਪਰਮੇਸ਼ਵਰ ਜੀ ਤੁਹਾਡੀ ਡੂੰਘਾਈ ਨੂੰ ਵੀ ਅੱਜ ਤੱਕ ਕੋਈ ਮਾਪ ਨਹੀਂ ਸਕਿਆ। ਤੁਹਾਡੇ ਅੱਗੇ ਸਾਡੀ ਨਮਸਕਾਰ ਹੈ। ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ। ਫਿਰ ਸਾਹਿਬ ਕਹਿੰਦੇ ਨਮਸਤੰ ਅਗੰਜੇ। ਅਗੰਜੇ ਤੋਂ ਭਾਵ ਜਿਹਨੂੰ ਜਿੱਤਿਆ ਨਾ ਜਾ ਸਕੇ, ਅਜਿੱਤ ਹੈ ਜਿਹੜਾ, ਜਿਹਨੂੰ ਕਿਸੇ ਪ੍ਰਕਾਰ ਦਬਾਇਆ ਨਹੀਂ ਜਾ ਸਕਦਾ। ਹੇ ਪਰਮੇਸ਼ਵਰ ਤੁਹਾਨੂੰ ਨਮਸਕਾਰ ਹੈ, ਕਿਉਂਕਿ ਤੁਹਾਡੇ ਤੋਂ ਵੱਧ ਕੇ ਕੋਈ ਵੀ ਕਿਸੇ ਗੱਲੋਂ ਨਹੀਂ ਹੈ। ਤੁਹਾਡੇ ਤੋਂ ਵੱਧ ਕੋਈ ਵੀ ਨਹੀਂ ਹੈ, ਭਾਵੇਂ ਕਿਸੇ ਗੱਲ ਨੂੰ ਲੈ ਕੇ ਅਸੀਂ ਜ਼ਿਕਰ ਕਰ ਲਈਏ। ਤੁਸੀਂ ਹੀ ਸਭ ਤੋਂ ਵੱਡੇ ਹੋ, ਤੁਹਾਡੇ ਤੋਂ ਵੱਧ ਕੇ ਦੂਜਾ ਕੋਈ ਨਹੀਂ। ਨਾ ਤੁਹਾਡੇ ਤੋਂ ਵੱਧ ਕੇ ਅੱਜ ਤੱਕ ਦੂਜਾ ਕੋਈ ਹੋਇਆ ਤੇ ਨਾ ਅਗਾਂਹ ਹੋਵੇਗਾ। ਅਕਾਲ ਪੁਰਖ ਪਰਮੇਸ਼ਵਰ ਜੀ ਤੁਸੀਂ ਅਗੰਜੇ ਹੋ, ਇਸ ਲਈ ਤੁਹਾਡੇ ਚਰਨਾਂ 'ਚ ਸਾਡੀ ਨਮਸਕਾਰ ਹੈ। ਨਮਸਤੰ ਅਭੰਜੇ, ਤੁਹਾਨੂੰ ਭੰਨਿਆ ਨਹੀਂ ਜਾ ਸਕਦਾ, ਤੁਹਾਨੂੰ ਤੋੜਿਆ ਨਹੀਂ ਜਾ ਸਕਦਾ, ਕੋਈ ਭੰਨ ਨਹੀਂ ਸਕਦਾ। ਤੁਹਾਡੇ ਚਰਨਾਂ 'ਚ ਸਾਡੀ ਨਮਸਕਾਰ ਹੈ। ਨਮਸਤੰ ਉਦਾਰੇ, ਉਦਾਰੇ ਤੋਂ ਭਾਵ ਉਦਾਰ ਚਿੱਤ, ਖੁੱਲੇ ਦਿਲ ਵਾਲਾ। ਰੱਬ ਜੀ ਤੁਹਾਡੇ ਚਰਨਾਂ 'ਚ ਨਮਸਕਾਰ ਹੈ, ਕਿਉਂਕਿ ਤੁਹਾਡੇ ਤੋਂ ਖੁੱਲੇ ਦਿਲ ਵਾਲਾ ਕੋਈ ਨਹੀਂ ਹੈ। ਜਦੋਂ ਆਪਾਂ ਪਰਮੇਸ਼ਵਰ ਦੀ ਗੱਲ ਕਰਾਂਗੇ, ਜਿੰਨੇ ਸੰਸਾਰਕ ਜੀਵ ਨੇ, ਅਸੀਂ ਕਿਸੇ ਖਾਸ ਮਨੁੱਖ ਵੱਲ ਹੱਥ ਕਰਕੇ ਕਵਾਂਗੇ ਦਾ ਦਿਲ ਬੜਾ ਖੁੱਲ੍ਹਾ ਹੈ, ਪਰ ਉਹ ਖੁੱਲੇ ਦਿਲ ਵਾਲੇ ਨੂੰ ਵੀ ਜਦੋਂ ਵੇਖਾਂਗੇ ਨਾ, ਕਿਤੇ ਨਾ ਕਿਤੇ ਜਾ ਕੇ ਉਹ ਵੀ ਸੀਮਤ ਹੋ ਜਾਂਦਾ ਹੈ। ਉਹਦੀ ਵੀ ਕਈ ਲਿਮਿਟੇਸ਼ਨਸ ਬਣ ਜਾਂਦੀਆਂ ਨੇ, ਜਿੱਥੇ ਜਾ ਕੇ ਉਹ ਸੀਮਤ ਹੋ ਜਾਂਦਾ ਹੈ। ਪਰ ਰੱਬ ਜੀ ਜਦੋਂ ਮੈਂ ਤੁਹਾਡੇ ਵਰਗੇ, ਤੁਹਾਡੇ ਵੱਲ ਇਸ਼ਾਰਾ ਕਰਕੇ ਆਖਾਂਗਾ, ਫਿਰ ਮੈਂ ਫਕਰ ਨਾਲ ਕਵਾਂਗਾ ਕਿ ਤੁਹਾਡੇ ਵਰਗਾ ਉਦਾਰ ਚਿੱਤ ਕੋਈ ਨਹੀਂ ਹੈ। ਤੂੰ ਜੀਵਾਂ ਦੇ ਔਗਣ ਤੱਕ ਵੀ ਕਦੇ ਨਹੀਂ ਵਿਚਾਰੇ, ਤੂੰ ਜੀਵਾਂ ਦੇ ਗੁਣ ਔਗਣਾਂ ਨੂੰ ਕਦੇ ਵੇਖਿਆ ਹੀ ਨਹੀਂ। ਤੂੰ ਸਾਰਿਆਂ ਦੀ ਪਰਵਰਿਸ਼ ਕਰੀ ਜਾਂਦਾ, ਕੋਈ ਚੰਗਾ ਕੋਈ ਮਾੜਾ ਹੈ। ਰੱਬ ਜੀ ਇਹ ਤੋਂ ਵੱਧ ਕੇ ਤੇਰੀ ਉਦਾਰਤਾ ਨੂੰ ਕੀ ਵੇਖੀਏ। ਕੋਈ ਤੈਨੂੰ ਚੇਤੇ ਕਰੇ ਤੇ ਭਾਵੇਂ ਨਾ ਕਰੇ, ਕੋਈ ਤੇਰੀ ਸ਼ੋਭਾ ਕਰੇ ਤੇ ਭਾਵੇਂ ਤੈਨੂੰ ਅਪ ਸ਼ਬਦ ਬੋਲੇ। ਰੱਬ ਜੀ ਤੂੰ ਸ਼ੋਭਾ ਕਰਨ ਵਾਲਿਆਂ ਨੂੰ ਵੀ ਪਾਲੀ ਜਾਂਦਾ, ਜਿਹੜੇ ਅਸ਼ੋਭਾ ਕਰਨ ਵਾਲੇ ਤੂੰ ਪਰਵਰਿਸ਼ ਉਹਨਾਂ ਦੀ ਵੀ ਕਰੀ ਜਾਂਦਾ। ਇਹ ਤੋਂ ਵੱਧ ਕੇ ਤੇਰੀ ਉਦਾਰਤਾ ਅਸੀਂ ਕੀ ਵੇਖਾਂਗੇ। ਰੱਬ ਜੀ ਨਮਸਤੰ ਉਦਾਰੇ, ਤੁਹਾਡੇ ਚਰਨਾਂ 'ਚ ਸਾਡੀ ਨਮਸਕਾਰ ਹੈ, ਕਿਉਂਕਿ ਤੁਸੀਂ ਐਡੇ ਖੁੱਲੇ ਦਿਲ ਦੇ ਮਾਲਕ ਹੋ। ਨਮਸਤੰ ਅਪਾਰੇ, ਤੇ ਰੱਬ ਜੀ ਤੁਹਾਡੇ ਅੱਗੇ ਸਾਡੀ ਨਮਸਕਾਰ ਹੈ, ਕਿਉਂਕਿ ਤੁਹਾਡਾ ਪਾਰਲਾ ਬੰਨਾ ਅੱਜ ਤੱਕ ਕੋਈ ਵੀ ਜਾਣ ਨਹੀਂ ਸਕਿਆ। ਤੁਸੀਂ ਬੰਨਿਆਂ ਤੋਂ ਰਹਿਤ ਹੋ, ਕਿਨਾਰਿਆਂ ਤੋਂ ਰਹਿਤ ਹੋ। ਨਾ ਤੁਹਾਡਾ ਕੋਈ ਉਰਵਾਰ ਹੈ ਤੇ ਨਾ ਪਾਰ ਹੈ, ਨਾ ਤੁਹਾਡੀ ਸ਼ੁਰੂਆਤ ਹੈ ਤੇ ਨਾ ਅਖੀਰ ਹੈ। ਤੁਹਾਡੇ ਚਰਨਾਂ ਵਿੱਚ ਸਾਡੀ ਨਮਸਕਾਰ ਹੈ। ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਪੂਤੇ ਨਮਸਤੰ ਅਜੂਪੇ। ਕਿੱਡਾ ਸੋਹਣਾ ਸਤਿਗੁਰੂ ਜੀ ਨੇ ਬਿਆਨ ਕੀਤਾ। ਗੁਰੂ ਕਲਗੀਧਰ ਸਾਹਿਬ ਨੇ ਨਾ ਕਿਸੇ ਪ੍ਰਕਾਰ ਵੀ ਨਾ ਤੇ ਸਰਗੁਣ ਸਰੂਪ ਤੋਂ ਰਹਿਤ ਕੋਈ ਗੱਲ ਕੀਤੀ ਤੇ ਨਾ ਨਿਰਗੁਣ ਸਰੂਪ ਤੋਂ। ਦੋਵਾਂ ਸਰੂਪਾਂ ਦੀ ਬਾਤ ਹੀ ਗੁਰੂ ਕਲਗੀਧਰ ਪਾਤਸ਼ਾਹ ਜੀ ਕਰਦੇ ਜਾ ਰਹੇ ਨੇ।
ਪਹਿਲੋਂ ਮਾਲਕ ਨੇ ਕਿਹਾ ਨਮਸਤੰ ਸੋ ਏਕੈ, ਰੱਬ ਜੀ ਤੁਹਾਡੇ ਚਰਨਾਂ 'ਚ ਨਮਸਕਾਰ ਹੈ ਕਿਉਂਕਿ ਤੁਸੀਂ ਇੱਕ ਹੋ, ਤੁਹਾਡੇ ਵਰਗਾ ਦੂਜਾ ਹੈ ਹੀ ਕੋਈ ਨਹੀਂ। ਫਿਰ ਕਹਿੰਦੇ ਨਮਸਤੰ ਅਨੇਕੈ, ਰੱਬ ਜੀ ਤੁਹਾਡੇ ਚਰਨਾਂ 'ਚ ਨਮਸਕਾਰ ਹੈ ਕਿਉਂਕਿ ਤੁਸੀਂ ਅਨੇਕਾਂ ਹੀ ਹੋ, ਇੱਕ ਵੀ ਐਸਾ ਨਹੀਂ ਹੈ ਜਿਹੜਾ ਤੁਹਾਡੇ ਤੋਂ ਬਿਨਾਂ ਹੋਵੇ। ਦੋਵੇਂ ਸਰੂਪ ਤੁਸੀਂ ਆਪ ਹੀ ਆਪ ਹੋ, ਤੁਹਾਡੇ ਤੋਂ ਬਿਨਾਂ ਦੂਜਾ ਕੋਈ ਨਹੀਂ, ਇੱਕ ਤੁਸੀਂ ਹੋ। ਨਮਸਤੰ ਸੋ ਇੱਕ ਹੈ, ਜਿਹੜਾ ਇੱਕ ਹੈ। ਫਿਰ ਨਮਸਤੰ ਅਨੇਕ ਹੈ, ਰੱਬ ਜੀ ਹਰੇਕ ਸਰੂਪ ਅੰਦਰ ਤੁਸੀਂ ਬੈਠੇ ਹੋ, ਤੁਸੀਂ ਬੇਅੰਤ ਰੂਪਾਂ ਦੇ ਮਾਲਕ ਹੋ, ਇੱਕ ਵੀ ਰੂਪ ਐਸਾ ਨਹੀਂ ਹੈ ਜਿਹੜਾ ਤੇਰਾ ਨਾ ਹੋਵੇ। ਕਿਹੜੇ ਰੂਪ ਦੀ ਗੱਲ ਕਰਾਂਗੇ? ਰੱਬ ਜੀ ਜੇ ਮੈਂ ਇੱਥੋਂ ਤੱਕ, ਜਿਹਨੂੰ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੀ ਬਾਣੀ 'ਚ ਜ਼ਿਕਰ ਕਰਦਿਆਂ ਕਹਿਤਾ, ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਕੀੜੀ ਵਿੱਚ ਵੇਖਾਂਗਾ ਰੱਬ ਜੀ ਤੇਰਾ ਰੂਪ ਨਜ਼ਰ ਆਏਗਾ। ਤੇ ਜੇ ਮੈਂ ਹਾਥੀ ਵੇਖ ਲਾਂ, ਮੈਂ ਇਹ ਨਹੀਂ ਕਹਿ ਸਕਦਾ ਕਿ ਰੱਬ ਜੀ ਹਾਥੀ ਤੇਰੇ ਤੋਂ ਰਹਿਤ ਤੁਰਿਆ ਫਿਰਦਾ, ਨਹੀਂ, ਹਾਥੀ ਦੇ ਤੁਰਨ ਦਾ ਮੁੱਢ ਵੀ ਤੂੰ ਹੈ। ਹਾਥੀ ਤਾਂ ਚੱਲਿਆ ਫਿਰਦਾ ਕਿਉਂਕਿ ਤੇਰੀ ਜੋਤ ਅਜੇ ਉਹਦੇ ਵਿੱਚ ਬੈਠੀ ਹੈ। ਤੇ ਰੱਬ ਜੀ ਜਿਸ ਅੰਦਰ ਤੇਰੀ ਜੋਤ ਹੋਵੇ ਉਹ ਰੂਪ ਹੀ ਤੇਰਾ ਹੈ, ਕਿਉਂਕਿ ਤੇਰੀ ਜੋਤ ਕਰਕੇ ਉਹ ਜੀਵ ਦੇਖਦਾ ਹੈ। ਰੱਬ ਜੀ ਅੱਖਾਂ ਨਾਲ ਦੇਖਣਾ ਵੀ ਤੇਰੀ ਜੋਤ ਦਾ ਪ੍ਰਤੀਕ ਹੈ, ਕੰਨਾਂ ਨਾਲ ਸੁਣਨਾ ਤੇਰੀ ਜੋਤ ਦਾ ਪ੍ਰਤੀਕ ਹੈ। ਰੱਬ ਜੀ ਇੱਕ ਵੀ ਕਣ ਐਸਾ ਨਹੀਂ ਜਿਹੜਾ ਤੇਰੀ ਜੋਤ ਤੋਂ ਬਿਨਾਂ ਹੋਵੇ, ਤੇ ਇਸ ਲਈ ਮੈਂ ਤੁਹਾਡੇ ਚਰਨਾਂ 'ਚ ਨਮਸਕਾਰ ਕਰਦਾ ਕਿਉਂਕਿ ਅਨੇਕ ਹੈ, ਸਾਰੇ ਦੇ ਸਾਰੇ ਰੂਪ ਹੀ ਤੁਹਾਡੇ ਨੇ। ਫਿਰ ਨਮਸਤੰ ਅਭੂਤੇ, ਸਰੀਰ ਹੁੰਦਾ ਪੰਜ ਭੂਤਕ। ਰੱਬ ਜੀ ਹਰ ਕਾਇਆ ਪੰਜ ਭੂਤਕ ਤੱਤ ਹੈ। ਅਸੀਂ ਸਰੀਰ ਨੂੰ ਜਦੋਂ ਵੇਖਿਆ ਤੇ ਇਹੀ ਕਹਿਣਾ ਪੰਜ ਭੂਤਕ ਸਰੀਰ ਹੈ। ਜੇ ਕੋਈ ਛੱਡ ਗਿਆ ਤੇ ਅਸੀਂ ਇਹ ਕਹਿੰਦੇ ਹਾਂ ਜੀ ਪੰਜ ਭੂਤਕ ਸਰੀਰ ਛੱਡ ਗਿਆ। ਰੱਬ ਜੀ ਮੈਂ ਤੇਰੀ ਹਸਤੀ ਵੱਲ ਝਾਤ ਮਾਰੀ ਤੇ ਮੈਨੂੰ ਨਜ਼ਰ ਕੀ ਆਇਆ, ਤੁਸੀਂ ਇੱਕ ਵੀ ਭੂਤ ਨਹੀਂ ਹੋ। ਭਾਵ ਇੱਕ ਵੀ ਤੱਤ ਜਿਹੜਾ ਨਾ, ਜਾਂ ਇਉਂ ਕਹਿ ਲਈਏ ਕਿ ਤੁਹਾਡਾ ਸਰੂਪ ਤੱਤਾਂ ਤੋਂ ਨਹੀਂ ਬਣਿਆ, ਤੁਹਾਡਾ ਸਰੂਪ ਤੱਤਾਂ ਤੋਂ ਰਹਿਤ ਹੈ। ਤੁਹਾਨੂੰ ਪੰਜ ਭੂਤਕ ਸਰੀਰ ਜਿਹੜਾ ਹੈ ਉਹ ਤੁਹਾਡਾ ਨਹੀਂ ਹੈ, ਤੁਸੀਂ ਇਹਨਾਂ ਪੰਜਾਂ ਤੱਤਾਂ ਤੋਂ ਰਹਿਤ ਹੋ। ਤੁਹਾਡੀ ਹਸਤੀ ਪੰਜਾਂ ਤੱਤਾਂ ਤੋਂ ਨਹੀਂ ਬਣੀ, ਸਾਰੇ ਦੇ ਸਾਰੇ ਜਗਤ ਦੀ ਰਚਨਾ ਪੰਜਾਂ ਤੱਤਾਂ ਤੋਂ ਹੋ ਰਹੀ ਹੈ, ਪਰ ਰੱਬ ਜੀ ਤੁਹਾਡੀ ਰਚਨਾ ਇਹਨਾਂ ਤੋਂ ਰਹਿਤ ਹੈ। ਨਮਸਤੰ ਅਭੂਤੇ। ਫਿਰ ਕਹਿੰਦੇ ਨਮਸਤੰ ਅਜੂਪੇ। ਅਜੂਪੇ ਤੋਂ ਭਾਵ ਜਿਹਨੂੰ ਜੁਪਿਆ ਨਾ ਜਾ ਸਕੇ, ਭਾਵ ਜਿਹਨੂੰ ਬੰਨਿਆ ਨਾ ਜਾ ਸਕੇ। ਅਸਲ ਵਿੱਚ ਲਫ਼ਜ਼ ਹੈ, ਜਦੋਂ ਆਪਾਂ ਵੇਖਾਂਗੇ ਨਾ ਪਿੰਡਾਂ ਵਾਲੇ ਪਾਸੇ ਜਾਵਾਂਗੇ ਤੇ ਉਦੋਂ ਗਾਵਾਂ ਨੂੰ ਜਾਂ ਮੱਝਾਂ ਨੂੰ ਚੋਣ ਲੱਗਿਆਂ ਉਹਨਾਂ ਦੀਆਂ ਲੱਤਾਂ ਨੂੰ ਜੂਟ ਪਾਇਆ ਜਾਂਦਾ ਸੀ, ਬੰਨਿਆ ਜਾਂਦਾ। ਤੇ ਮਾਲਕ ਜੀ ਤੁਹਾਨੂੰ ਕਿਸੇ ਪ੍ਰਕਾਰ ਵੀ ਬੰਨਿਆ ਨਹੀਂ ਜਾ ਸਕਦਾ ਕਿਉਂਕਿ ਤੁਸੀਂ ਬੰਧਨਾਂ ਤੋਂ ਰਹਿਤ ਹੋ। ਨਮਸਤੰ ਅਜੂਪੇ, ਕਿਸੇ ਪ੍ਰਕਾਰ ਵੀ ਤੁਹਾਨੂੰ ਬੰਨਿਆ ਨਹੀਂ ਜਾ ਸਕਦਾ। ਕੋਈ ਜਿੰਨਾ ਮਰਜ਼ੀ ਯਤਨ ਕਰ ਲੇ, ਰੱਬ ਜੀ ਤੁਹਾਡੇ ਚਰਨਾਂ 'ਚ ਸਾਡੀ ਨਮਸਕਾਰ ਹੈ ਕਿਉਂਕਿ ਤੁਸੀਂ ਬੰਧਨਾਂ ਤੋਂ ਰਹਿਤ ਹੋ। ਇਸ ਪ੍ਰਕਾਰ ਧੰਨ ਗੁਰੂ ਕਲਗੀਧਰ ਸਾਹਿਬ ਰੱਬ ਦੀ ਅਕਾਲ ਪੁਰਖ ਪਰਮੇਸ਼ਵਰ ਦੀ ਸ਼ੋਭਾ ਗਾਉਂਦੇ ਹਨ। ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਪੇਸੇ। ਫਿਰ ਸਾਹਿਬ ਜੀ ਦੀ ਵਡਿਆਈ ਕਰਦੇ ਆ। ਪਹਿਲੋਂ ਕਿਹਾ ਸੀ ਅਕਰਮੇ, ਹੁਣ ਕਹਿ ਦਿੱਤਾ ਨਿਰਕਰਮੇ। ਰੱਬ ਜੀ ਤੁਹਾਡੇ ਚਰਨਾਂ 'ਚ ਸਾਡੀ ਨਮਸਕਾਰ ਹੈ ਕਿਉਂਕਿ ਤੁਸੀਂ ਕਰਮਾਂ ਦੇ ਬੰਧਨਾਂ ਤੇ ਰੁਝੇਵਿਆਂ ਤੋਂ ਰਹਿਤ ਹੋ। ਇੱਕ ਵੀ ਕਰਮ ਐਸਾ ਨਹੀਂ ਜਿਹਦੇ ਬੰਧਨ ਵਿੱਚ ਤੁਹਾਨੂੰ ਬੰਨਿਆ ਜਾ ਸਕੇ। ਇੱਥੋਂ ਤੱਕ ਜੇ ਮੈਂ ਕਹਿ ਦਾਂ ਕਿ ਜੇ ਮੈਂ ਇਹ ਸੋਚ ਕੇ ਬੈਠਾ ਨਾ ਧਰਮ ਦੇ ਕੰਮ ਕਰਕੇ ਮੈਂ ਰੱਬ ਨੂੰ ਬੰਨ ਲਾਂਗਾ, ਤੇ ਇਹ ਵੀ ਮੇਰੀ ਤੁੱਛ ਬੁੱਧੀ ਦਾ, ਉਹ ਤੇ ਕਹਿ ਸਕਦੇ ਹਾਂ ਵੀ ਇੱਕ ਨਿੱਕੀ ਜੀ ਸੋਚ ਹੈ, ਮੇਰੀ ਤੁੱਛ ਬੁੱਧੀ ਹੈ। ਪਰ ਇਹ ਨਹੀਂ ਹੋ ਸਕਦਾ ਕਿ ਮੈਂ ਸੋਚਾਂ ਮੈਂ ਧਰਮ ਦੇ ਕੰਮ ਕਰਕੇ ਰੱਬ ਬੰਨ ਲਾਂਗਾ ਤੇ ਰੱਬ ਬੰਨਿਆ ਜਾਏਗਾ। ਨਹੀਂ, ਜਦੋਂ ਖਿਆਲ ਰੱਖਿਓ ਬਾਣੀ ਪੜ੍ਹਦੇ ਆ ਨਾ ਆਪਾਂ, ਬਾਣੀ ਵਿੱਚ ਸਤਿਗੁਰੂ ਜੀ ਨੇ ਭਗਤ ਸਾਹਿਬਾਨਾਂ ਨੇ ਜ਼ਿਕਰ ਕਰਦੇ ਆ ਆਖਿਆ ਸੀ ਰੱਬ ਨੂੰ ਬੰਨਣ ਦਾ ਤਰੀਕਾ ਇੱਕੋ ਹੈ ਤੇ ਉਹ ਹੈ ਪ੍ਰੇਮ। ਤੇ ਚੇਤੇ ਰੱਖਿਓ ਪ੍ਰੇਮ ਦੀ ਕਦੇ ਸੀਮਾ ਨਹੀਂ ਜੇ ਹੁੰਦੀ। ਤਵੱਜੋ ਦੇ ਕੇ ਸਮਝਿਓ, ਰੱਬ ਨੂੰ ਕਿਸੇ ਖਾਸ ਕਰਮ ਨਾਲ ਬੰਨਿਆ ਨਹੀਂ ਜਾ ਸਕਦਾ ਕਿਉਂਕਿ ਜਦੋਂ ਖਾਸ ਕਰਮ ਕਰਾਂਗੇ ਉਹ ਕਿਸੇ ਨਾ ਕਿਸੇ ਸੀਮਾ ਤੱਕ ਹੋਏਗਾ। ਪ੍ਰੇਮ ਅਸੀਮਤ ਹੁੰਦਾ, ਪ੍ਰੇਮ ਕਦੇ ਸੀਮਾ ਵਿੱਚ ਨਹੀਂ ਜੇ ਆਇਆ। ਰੱਬ ਜਦੋਂ ਵੀ ਬੰਨਿਆ ਗਿਆ, ਰੱਬ ਨੂੰ ਜਦੋਂ ਵੀ ਕਿਸੇ ਨੇ ਆਪਣੇ ਵਸ ਵਿੱਚ ਕੀਤਾ ਤੇ ਉਹ ਪ੍ਰੇਮ ਨਾਲ ਕੀਤਾ ਕਿਉਂਕਿ ਰੱਬ ਵੀ ਅਸੀਮਤ ਹੈ, ਪ੍ਰੇਮ ਵੀ ਅਸੀਮਤ ਚਾਹੀਦਾ। ਜਿਨ੍ਹਾਂ ਨੂੰ ਅਸੀਮਤ ਪ੍ਰੇਮ ਕਰਨਾ ਆ ਗਿਆ, ਰੱਬ ਉਹਨਾਂ ਦੇ ਕਾਬੂ ਵਿੱਚ ਆ ਗਿਆ।
ਬਸ ਆਹੀ ਇੱਕ ਤਰੀਕਾ ਜੇ, ਦੂਜਾ ਕੋਈ ਨਹੀਂ। ਜਿਹਨੂੰ ਗੁਰੂ ਕਲਗੀਧਰ ਸਾਹਿਬ ਨੇ ਕਹਿਤਾ, ਸਾਚ ਕਹੋ ਸੁਣ ਲੇਹੋ ਸਭ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹਨੂੰ ਸਤਿਗੁਰੂ ਜੀ ਦੇ ਬਾਣੀ ਦੇ ਅੰਦਰ ਭਗਤ ਸਾਹਿਬਾਨਾਂ ਨੇ ਆਖਿਆ ਸੀ, ਜਬ ਤੁਮ ਬਾਂਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਧੇ, ਆਪਣੇ ਛੂਟਣ ਕੋ ਯਤਨ ਕਰੋ ਹਮ ਛੂਟੇ ਤੁਮ ਆਰਾਧੇ। ਪ੍ਰੇਮ ਨਾਲ ਉਹਨੂੰ ਬੰਨਿਆ ਜਾ ਸਕਦਾ ਹੈ, ਪਰ ਜੇ ਖਿਆਲ ਰੱਖਿਓ ਖਾਸ ਕਰਮ ਕਰਕੇ ਅਸੀਂ ਬੰਨਣ ਦੀ ਕੋਸ਼ਿਸ਼ ਕਰਾਂਗੇ ਤੇ ਰੱਬ ਨਿਰਕਰਮੇ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ, ਨਮਸਤੰ ਨਿਰਕਰਮੇ। ਰੱਬ ਜੀ ਤੁਹਾਡੇ ਅੱਗੇ ਨਮਸਕਾਰ ਹੈ, ਕਿਉਂਕਿ ਤੁਸੀਂ ਕਰਮਾਂ ਤੋਂ ਰਹਿਤ ਹੋ। ਨਮਸਤੰ ਨਿਰਭਰਮੇ, ਫਿਰ ਰੱਬ ਜੀ ਤੁਸੀਂ ਭਰਮਾਂ ਤੋਂ ਵੀ ਰਹਿਤ ਹੋ। ਕਿੱਡੀ ਹੈਰਾਨੀ ਦੀ ਗੱਲ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ, ਰੱਬ ਜੀ ਤੁਹਾਡੇ ਅੱਗੇ ਨਮਸਕਾਰ, ਕਿਉਂਕਿ ਤੁਸੀਂ ਭਰਮਾਂ ਤੋਂ ਰਹਿਤ ਹੋ। ਤੇ ਜੇ ਅਸੀਂ ਆਪਣੇ ਵੱਲ ਝਾਤ ਮਾਰੀਏ, ਅਸੀਂ ਧਰਮ ਦੇ ਨਾਮ ਤੇ ਹੀ ਭਰਮ ਕਮਾਈ ਜਾਂਦੇ, ਰੱਬ ਦੇ ਨਾਮ ਤੇ ਹੀ ਅਸੀਂ ਭਰਮ ਕਰੀ ਜਾਂਦੇ ਹਾਂ। ਰੱਬ ਭਰਮਾਂ ਤੋਂ ਰਹਿਤ ਹੈ, ਜਿਹਦੇ ਅੱਗੇ ਗੁਰੂ ਕਲਗੀਧਰ ਪਾਤਸ਼ਾਹ ਨਮਸਕਾਰ ਕਰਨ ਨੂੰ ਕਹਿ ਰਹੇ ਨੇ, ਤੇ ਅਸੀਂ ਸਾਰੇ ਭਰਮਾਂ ਦੇ ਵਿੱਚ ਬੈਠੇ ਰੱਬ ਨੂੰ ਭਰਮਾਉਣ ਨੂੰ ਬੈਠੇ ਹਾਂ। ਤੇ ਖਿਆਲ ਰੱਖੀਏ, ਮਾਲਕ ਜੀ ਕਹਿੰਦੇ ਨਮਸਤੰ ਨਿਰਭਰਮੇ। ਰੱਬ ਜੀ ਤੁਸੀਂ ਸਾਰੇ ਭਰਮਾਂ ਤੋਂ ਰਹਿਤ ਹੋ, ਕੋਈ ਵੀ ਇਸ ਤਰ੍ਹਾਂ ਦਾ ਭਰਮ ਨਹੀਂ ਜਿਹਦੇ ਵਿੱਚ ਤੁਹਾਨੂੰ ਪਾਇਆ ਜਾ ਸਕਦਾ ਹੋਵੇ। ਤੁਹਾਡੇ ਅੱਗੇ ਸਾਡੀ ਨਮਸਕਾਰ ਹੈ। ਫਿਰ ਕਹਿੰਦੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ। ਨਿਰਦੇਸੇ ਤੋਂ ਭਾਵ ਕੋਈ ਖਾਸ ਅਸਥਾਨ, ਜਿਵੇਂ ਬਾਣੀ ਵਿੱਚ ਸਤਿਗੁਰੂ ਜੀ ਨੇ ਜ਼ਿਕਰ ਕਰਦੇ ਆਖਿਆ ਸੀ ਨਾ, ਕਿ ਸੰਸਾਰ ਮੰਨਦਾ ਸੀ ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲਾ ਮੁਕਾਮਾ। ਤੇ ਜਦੋਂ ਭਗਤ ਸਾਹਿਬਾਨਾਂ ਜ਼ਿਕਰ ਕੀਤਾ ਤੇ ਉਹਨਾਂ ਇਹ ਕਿਹਾ, ਦਿਲ ਮੈਂ ਖੋਜ ਦਿਲ ਹੈ ਦਿਲ ਖੋਜੋ, ਇਹੀ ਠੌਰ ਮੁਕਾਮਾ। ਕੋਈ ਖਾਸ ਦਿਸ਼ਾ ਦੇਸ਼ ਨਹੀਂ ਉਹਦਾ, ਕਿ ਮੈਂ ਪੂਰਬ ਵੱਲ ਮੁੱਖ ਕਰਕੇ ਕਵਾਂ ਰੱਬ ਪੂਰਬ ਵਿੱਚ ਹੀ ਹੈ ਜੀ, ਪੱਛਮ ਵਿੱਚ ਫਿਰ ਕੌਣ ਹੈ। ਜਾਂ ਮੈਂ ਦੱਖਣ ਵੱਲ ਮੂੰਹ ਕਰਕੇ ਕਵਾਂ ਜੀ ਰੱਬ ਕੱਲਾ ਦੱਖਣ ਵਿੱਚ ਬੈਠਾ, ਤੇ ਫਿਰ ਉੱਤਰ ਵਿੱਚ ਕੌਣ ਬੈਠਾ ਹੈ। ਤੇ ਜੇ ਮੈਂ ਪੱਛਮ ਵੱਲ ਮੁੱਖ ਕਰਕੇ ਕਵਾਂ ਰੱਬ ਕੱਲਾ ਪੱਛਮ ਵਿੱਚ ਹੈ, ਫਿਰ ਬਾਕੀ ਤਿੰਨਾਂ ਦਿਸ਼ਾਵਾਂ ਵਿੱਚ ਕੌਣ ਬੈਠਾ ਹੈ। ਮੇਰੇ ਮਾਲਕ ਗੁਰੂ ਕਲਗੀਧਰ ਸਾਹਿਬ ਨੇ ਫਿਰ ਸਾਡੇ ਭਰਮ ਨਿਵਰਤ ਕੀਤੇ। ਸਤਿਗੁਰੂ ਕਹਿੰਦੇ ਰੱਬ ਜੀ ਤੁਹਾਡੇ ਅੱਗੇ ਨਮਸਕਾਰ ਹੈ, ਕਿਉਂਕਿ ਨਿਰਦੇਸ਼ੇ ਤੁਹਾਡਾ ਕੋਈ ਖਾਸ ਦੇਸ਼ ਨਹੀਂ ਹੈ। ਮੈਂ ਜਿਸ ਪਾਸੇ ਮਰਜ਼ੀ ਚਲਾ ਜਾਵਾਂ, ਜਿਸ ਮਰਜ਼ੀ ਅਸਥਾਨ ਤੇ ਚਲਾ ਜਾਵਾਂ, ਜਿਸ ਮਰਜ਼ੀ ਜਗ੍ਹਾ ਤੇ ਚਲਾ ਜਾਵਾਂ, ਜਿਸ ਮਰਜ਼ੀ ਦੇਸ਼ ਰਾਜ ਕੰਟਰੀ ਵਿੱਚ ਚਲੇ ਜਾਵਾਂ, ਰੱਬ ਜੀ ਤੁਸੀਂ ਉੱਥੇ ਹੀ ਬੈਠੇ ਹੋ। ਮੈਂ ਕਿਸੇ ਖਾਸ ਦੇਸ਼ ਵਿੱਚ ਜਾ ਕੇ ਇਹ ਨਹੀਂ ਕਹਿ ਸਕਦਾ ਰੱਬ ਕੇਵਲ ਇੱਥੇ ਹੈ। ਤੇ ਫਿਰ ਕਹਿੰਦੇ ਨਮਸਤੰ ਨਿਰਭੇਸੇ। ਰੱਬ ਜੀ ਨਮਸਕਾਰ ਹੈ ਤੁਹਾਨੂੰ, ਕਿਉਂਕਿ ਤੁਹਾਡਾ ਕੋਈ ਖਾਸ ਪਹਿਰਾਵਾ ਨਹੀਂ ਹੈ। ਭੇਸ ਤੋਂ ਭਾਵ ਪਹਿਰਾਵਾ। ਮੈਂ ਕਿਹੜੇ ਭੇਸ ਵੱਲ ਹੱਥ ਕਰਕੇ ਕਹਾਂਗਾ ਵੀ ਰੱਬ ਜੀ ਆਹ ਤੁਹਾਡਾ ਭੇਸ ਹੈ। ਕਈਆਂ ਨੇ ਸਵੇਤ ਪਾਇਆ, ਕਈਆਂ ਨੇ ਗੇਰੂਏ ਪਾਏ, ਕਈਆਂ ਨੇ ਨੀਲੇ ਓਡੇ। ਕੋਈ ਓਡਾ ਨੀਲ, ਕੋਈ ਸੁਪੇਦ, ਕੋਈ ਨੀਲੇ ਪਾ ਰਿਹਾ, ਕੋਈ ਚਿੱਟੇ ਪਾ ਰਿਹਾ, ਕੋਈ ਕਿਸੇ ਤਰ੍ਹਾਂ ਦੇ ਪਾ ਰਿਹਾ, ਕੋਈ ਕਿਸੇ ਤਰ੍ਹਾਂ ਦੇ। ਪਰ ਖਿਆਲ ਰੱਖੀਏ, ਇੱਕ ਵੀ ਰੰਗ ਐਸਾ ਨਹੀਂ ਜਿਸ ਰੰਗ ਵੱਲ ਹੱਥ ਕਰਕੇ ਕਹਿ ਸਕਦੇ ਹੋਈਏ ਬਸ ਇੱਥੋਂ ਤੱਕ ਰੱਬ ਹੈ। ਨਹੀਂ, ਰੱਬ ਜੀ ਨਿਰਭੇਸ ਹੋ ਤੁਸੀਂ, ਤੁਹਾਡਾ ਕੋਈ ਖਾਸ ਪਹਿਰਾਵਾ, ਖਾਸ ਭੇਸ ਨਹੀਂ। ਤੁਸੀਂ ਸਾਰੇ ਹੀ ਭੇਸਾਂ ਵਿੱਚ, ਸਾਰੇ ਹੀ ਪਹਿਰਾਵਿਆਂ ਵਿੱਚੋਂ। ਬਸ ਗੱਲ ਹੈ ਕਿ ਜਿਹੜਾ ਪਹਿਰਾਵਾ ਪਾ ਕੇ ਦਿਲ ਵਿੱਚ ਪ੍ਰੇਮ ਪੈਦਾ ਹੋ ਜਾਏ, ਬਸ ਉਸੇ ਵਿੱਚ ਹੀ ਰੱਬ ਹੈ। ਜਦੋਂ ਪਹਿਰਾਵਾ ਪਾ ਕੇ ਪ੍ਰੇਮ ਪੈਦਾ ਹੋ ਜਾਏਗਾ, ਇਹ ਨਹੀਂ ਵੀ ਮੈਂ ਪਹਿਰਾਵਾ ਪਾਈ ਫਿਰਾਂ ਤੇ ਦਿਲ ਵਿੱਚ ਪਿਆਰ ਹੋਵੇ ਹੀ ਕੋਈ ਨਾ। ਰੱਬ ਉਸੇ ਪਹਿਰਾਵੇ 'ਚ ਮਿਲ ਜਾਏਗਾ ਜਿਹੜਾ ਪਹਿਰਾਵਾ ਪਾਇਆ ਅੰਦਰ ਹਿਰਦੇ 'ਚ ਪ੍ਰੇਮ ਪੈਦਾ ਹੋ ਜਾਏਗਾ। ਗੁਰੂ ਕਲਗੀਧਰ ਪਾਤਸ਼ਾਹ ਨੇ ਇਸ ਤਰੀਕੇ ਦੇ ਨਾਲ ਅੱਜ ਸਾਨੂੰ ਸਮਝਾਇਆ ਕਿ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਹੈ ਉਹ ਬੜਾ ਉਪਕਾਰੀ ਹੈ। ਸਾਡੇ ਸਭਨਾਂ ਉੱਤੇ ਉਹ ਰਹਿਮਤਾਂ ਵਰਤਾਉਂਦਾ ਹੈ। ਤੇ ਅਕਾਲ ਪੁਰਖ ਪਰਮੇਸ਼ਵਰ ਦੇ ਗੁਣਾਂ ਨੂੰ ਦਰਸਾਉਂਦਿਆਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਉਹਦੇ ਚਰਨਾਂ ਵਿੱਚ ਸਾਨੂੰ ਨਮਸਕਾਰ ਕਰਨੀ ਸਿਖਾਉਂਦੇ ਨੇ ਕਿ ਭਾਈ ਉਹ ਅਕਾਲੇ ਹੈ, ਉਹ ਕਿਰਪਾਲੂ ਹੈ, ਉਹ ਅਜਨਮ ਤੋਂ, ਉਹ ਜਨਮ ਤੋਂ ਰਹਿਤ ਹੈ। ਉਹਨੂੰ ਕਿਸੇ ਨੇ ਜਣਿਆ ਨਹੀਂ, ਉਹਨੂੰ ਕਿਸੇ ਬਣਾਇਆ ਨਹੀਂ, ਉਹਦਾ ਕੋਈ ਖਾਸ ਕਰਮ ਨਹੀਂ, ਖਾਸ ਪਹਿਰਾਵਾ ਨਹੀਂ, ਖਾਸ ਦੇਸ਼ ਨਹੀਂ, ਖਾਸ ਭੇਸ ਨਹੀਂ। ਉਹ ਹਰ ਇੱਕ ਚੀਜ਼ ਤੋਂ ਰਹਿਤ ਹੈ। ਇਸ ਤਰੀਕੇ ਨਾਲ ਸਾਹਿਬ ਅੱਜ ਸਾਨੂੰ ਸਮਝਾਉਂਦੇ ਨੇ। ਗੁਰੂ ਅੱਗੇ ਆਪਾਂ ਅਰਦਾਸ ਅਰਜ਼ੋਈ ਜ਼ਰੂਰ ਕਰਨੀ ਕਿ ਮਾਲਕ ਪਾਤਸ਼ਾਹ ਜਿਵੇਂ ਆਪ ਜੀ ਨੇ ਬੈਠ ਕਰਕੇ ਪਰਮੇਸ਼ਵਰ ਦੇ ਨਾਲ ਆਪਣੀ ਸੁਰਤ ਜੋੜ ਕੇ ਉਹਦੇ ਕਰਮਾਂ ਨੂੰ ਵੇਖਦੇ ਉਹਦੇ ਗੁਣ ਗਾਇਨ ਕੀਤੇ ਨੇ ਨਾ,
ਕਿਤੇ ਇੰਨੀ ਕੁ ਰਹਿਮਤ ਕਰੋ ਮਾਲਕ ਪਾਤਸ਼ਾਹ ਜੀ, ਇਹਨਾਂ ਗੁਣਾਂ ਨੂੰ ਵਿਚਾਰਦਿਆਂ ਹੋਇਆਂ ਕਿਤੇ ਕਿਣਕਾ ਮਾਤਰ ਸਾਡੇ ਹਿਰਦੇ ਵਿੱਚ ਵਸ ਜਾਏ। ਜਿਵੇਂ ਤੁਸੀਂ ਅਕਾਲ ਪੁਰਖ ਪਰਮੇਸ਼ਵਰ ਦਾ ਸ਼ੁਕਰ ਕਰਦਿਆਂ ਉਹਨਾਂ ਅੱਗੇ ਨਮਸਕਾਰ ਕੀਤੀ, ਮਾਲਕਾ ਕਿਤੇ ਸਾਡੇ ਵੀ ਰੋਮ ਰੋਮ ਨੂੰ ਉਹਦੇ ਅੱਗੇ ਨਮਸਕਾਰ ਕਰਨੀ ਆ ਜਾਏ। ਪਾਸੇ ਅਰਜ਼ੋਈ ਸਤਿਗੁਰੂ ਅੱਗੇ ਜ਼ਰੂਰ ਕਰਕੇ ਜਾਈਏ ਕਿ ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ। ਭੂਲੇ ਮਾਰਗ ਜਿਨ ਹੈ ਬਤਾਇਆ, ਭੂਲੇ ਮਾਰਗ ਜਿਨ ਹੈ ਬਤਾਇਆ, ਐਸਾ ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ। ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਮਾਲਕ ਪਾਤਸ਼ਾਹ ਜੀ ਦੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ। ਨਮਸਤੰ ਸੋ ਏਕੈ, ਨਮਸਤੰ ਅਨੇਕੈ, ਨਮਸਤੰ ਅਪੂਤੇ, ਨਮਸਤੰ ਅਜੂਪੇ, ਨਮਸਤੰ ਨਿਰਕਰਮੇ, ਨਮਸਤੰ ਨਿਰਭਰਮੇ, ਨਮਸਤੰ ਨਿਰਦੇਸੇ, ਨਮਸਤੰ ਨਿਰਪੇਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।